सतगुरु जी की मेहर सदका आप जी सतसंगत विच बैठ के अपने श्वासां नूं सफल कर रहे हो। छोजी पातशाह अमृत के दाते, जागदी जोत, धन साहिब श्री गुरु गोबिंद सिंह साहिब जी महाराज हजूर दे पवित्र स्थान तखत सचखंड श्री हजूर श्री अबचल नगर साहिब विखे आप जी नूं दर्शन दीदारियां दा इस भाग समा प्राप्त होया है। महाराज जी की संगत विच अधिकारी जन बड़े प्यार नाल सज बैठे ने। सतगुरु जी की अमृत बाणी की लड़ीवार कथा जो आशा राग दी वार दे अंदर चल रही है। महाराज जी ने ये नितनेम की बाणी बख्शिश की है। सतगुरां दे हजूर रोज अमृत वेले इस पवित्र वार दा कीर्तन हुंदा है। शब्दां ते शंतां दे समेत महाराज सच्चे पातशाह जी दे चरनां विच एकाग्र चित करके हजूर दी अमृत बाणी दी कथा सरवण करिए। हजूर दे पवित्र चरनां दा ध्यान करते हुए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। सलोक महला पहला। गरीब नवाज धन गुरु नानक देव सच्चे पातशाह जी महाराज ये महाराज 15वां श्लोक सतगुरु जी अपने श्री कंठ तो उचारण करते हैं। दया कपाह संतोख सूत। सत संगत जी ये पावन शब्द सच्चे पातशाह जी ने श्री ननकाना साहब की धरती ते हजूर ने 10 साल की आयु विच उचारण किया है। महाराज जी की आयु जिस वक्त 10 साल की हुई, सतगुरां जी दे सत्कारयोग पिता बाबा कल्याण चंद जी ने महाराज जी दे चाचा जी बाबा लाल चंद जी ने यूं सलाह की कि क्षत्रियां दे वर्ण अनुसार हुण गुरु साहब नूं जंजू पहनाउणा चाहिदा है। ते ये विचार करके बहुत सारियां तैयारियां कीतियां ते सारे जिहड़े गोती सन वो भी बुलाए। दूरों दूरों सारे ब्राह्मण भी चल करके आए। क्षत्रियां दा भी समुदाय एकत्र होया। जदों ये सारी तैयारी हो गई फिर पंडित हरदयाल जी नूं बुलाया गया कि तुसीं जनेऊ धारण करवाउणा है। जदों पंडित हरदयाल जी भी मिथे हुए दिन ते आ सजे, सारे बैठे हुए है। चौंका जिहड़ा चनुकरा थां है उच्चा वो बनाया हुआ है। बाकी सब आले दुआले बैठे हुए है ते विच एक चौंकी डाही है। गुरु साहब नूं ते समय फिर बुलाया गया। जदों महाराज जी नूं बुलाया है ते पंडित हरदयाल जी ने महाराज जी नूं आख के उस चौंकी दे उत्ते बैठण लई बेनती कीती। महाराज सतगुरु जदों चौंकी दे उत्ते आ करके सजे है, कवि भाई संतोख सिंह जी ने लिखिया है कि वो सभा तारियां वांगू शोभ रही सी
ਜਦੋਂ ਸਤਿਗੁਰੂ ਜੀ ਆਏ ਨਾ, ਇਉਂ ਲੱਗਿਆ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੀ ਚੜ ਗਿਆ ਹੋਵੇ। ਐ ਮਹਾਰਾਜ ਜੀ ਉਸ ਸਭਾ ਵਿੱਚ ਬੈਠੇ ਹੋਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਭ ਰਹੇ ਆ ਸੱਚੇ ਪਾਤਸ਼ਾਹ। ਜਦੋਂ ਐਡਾ ਇਕੱਠ ਵੇਖਿਆ, ਸਤਿਗੁਰਾਂ ਜੀ ਨੇ ਪੁੱਛਿਆ ਕਿ ਕੀ ਕਾਰਨ ਹੈ, ਐਡਾ ਵੱਡਾ ਇਕੱਠ ਕਿਉਂ ਕੀਤਾ ਹੈ? ਕਿਹਾ ਮਹਾਰਾਜ ਅੱਜ ਤੁਹਾਡੇ ਜੰਨੂ ਪਹਿਨਾਇਆ ਜਾਣਾ ਹੈ, ਇਹ ਰਸਮ ਜਿਹੜੀ ਹੈ ਇਸ ਕਰਕੇ ਇਕੱਠ ਕੀਤਾ ਹੈ। ਪੰਡਤ ਹਰਦਿਆਲ ਜੀ, ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ ਸੀਗਾ, ਇਸ ਖੁਸ਼ੀ ਵਿੱਚ ਮਹਾਰਾਜ ਦੇ ਪਿਤਾ ਜੀ ਪੰਡਤ ਹਰਦਿਆਲ ਜੀ ਨੂੰ ਘਰੋਂ ਲੈ ਕਰਕੇ ਆਏ ਕਿ ਮੇਰੇ ਪੁੱਤਰ ਦੀ ਤੁਸੀਂ ਜਨਮ ਪੱਤਰੀ ਬਣਾਓ, ਨਾਲੇ ਮੇਰੇ ਪੁੱਤਰ ਦਾ ਨਾਮਕਰਨ ਕਰੋ। ਪੰਡਤ ਹਰਦਿਆਲ ਜੀ ਬਹੁਤ ਪਰਮੇਸ਼ਰ ਦੀ, ਈਸ਼ਵਰ ਦੀ ਬੰਦਗੀ ਵਾਲੇ, ਸ਼ਰਧਾ ਰੱਖਣ ਵਾਲੇ ਪੰਡਤ ਸੀਗੇ। ਜਦੋਂ ਕਈ ਵਾਰੀ ਆਪਾਂ ਇਹ ਸਾਧ ਸੰਗਤ ਜੀ ਇਤਿਹਾਸ ਦੇ ਜਦੋਂ ਵਾਕਿਆ ਨੂੰ ਬਿਆਨ ਕਰਦੇ ਆ ਤੇ ਕਈ ਭੁਲੇਖੇ ਨਾਲ ਪੰਡਤ ਹਰਦਿਆਲ ਜੀ ਦੀ ਬੜੀ ਨਿੰਦਾ ਕਰ ਲੈਂਦੇ ਆ। ਪੰਡਤ ਹਰਦਿਆਲ ਜੀ ਜਦੋਂ ਘਰ ਵਿੱਚ ਚੱਲ ਕਰਕੇ ਆਏ ਸੀ ਤੇ ਅੰਦਰੋਂ ਦਾਸੀ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਕਰਕੇ ਆਈ ਨਾ, ਤੇ ਪੰਡਤ ਜੀ ਵਾਸਤੇ ਪਲੰਘਾ ਡਾਇਆ ਹੋਇਆ ਸੀ ਮਹਾਰਾਜ ਦੇ ਪਿਤਾ ਜੀ ਨੇ ਬੈਠਣ ਨੂੰ, ਤੇ ਪੰਡਤ ਜੀ ਉੱਥੇ ਆ ਕੇ ਬੈਠ ਗਏ। ਜਦੋਂ ਦਾਸੀ ਵਸਤਰਾਂ ਦੇ ਵਿੱਚ ਮਹਾਰਾਜ ਜੀ ਨੂੰ ਲਪੇਟਿਆ ਹੋਇਆ ਲੈ ਕੇ ਆਈ ਹੈ, ਪੰਡਤ ਹਰਦਿਆਲ ਜੀ ਨੇ ਮਸਤਕ ਵੇਖਦੇ ਹੀ ਉੱਠ ਕੇ ਨਮਸਕਾਰ ਕੀਤੀ ਅਤੇ ਇਹ ਮਹਾਰਾਜ ਦੇ ਪਿਤਾ ਜੀ ਨੂੰ ਵਾਕ ਕਹੇ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਜੋ ਮੇਰੀ ਵਿਦਿਆ ਕਹਿੰਦੀ ਹੈ। ਫਿਰ ਪੁੱਛਿਆ ਕਿ ਕੋਈ ਕਿਸੇ ਪ੍ਰਕਾਰ ਦਾ ਕੋਈ ਵਾਕਿਆ ਹੋਇਆ ਹੈ ਇਹਨਾਂ ਦੇ ਅਵਤਾਰ ਵੇਲੇ? ਦੌਲਤਾਂ ਦਾਈ ਨੂੰ ਬੁਲਾਇਆ, ਪੁੱਛਿਆ ਉਸ ਨੂੰ, ਉਹ ਕਹਿੰਦੀ ਹੈ ਕਿ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਦਾ ਜਨਮ ਹੋਇਆ ਹੈ, ਪਰ ਮੈਂ ਇਹੋ ਜਿਹਾ ਕੌਤਕ ਨਹੀਂ ਕਦੇ ਵੇਖਿਆ। ਜਦੋਂ ਇਹਨਾਂ ਨੇ ਜਨਮ ਲਿਆ ਉਸੇ ਵੇਲੇ ਹੱਸ ਰਹੇ ਸੀਗੇ, ਹੱਸਣ ਦੀ ਆਵਾਜ਼ ਮੈਨੂੰ ਆਈ ਹੈ ਤੇ ਇਹਨਾਂ ਦੇ ਸਰੀਰ ਨੂੰ ਪਰਸਦਿਆਂ ਹੀ ਮੈਨੂੰ ਇੱਕ ਅਸੀਮ ਜਿਹਾ ਆਨੰਦ ਆਇਆ। ਉਹ ਆਨੰਦ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦੀ ਪੰਡਤ ਜੀ। ਪੰਡਤ ਹਰਦਿਆਲ ਜੀ ਨੇ ਕਿਹਾ ਕਿ ਇਹਨਾਂ ਦਾ ਨਾਮਕਰਨ ਹੁਣ ਸੌਖਾ ਨਹੀਂ, ਮੈਨੂੰ ਥੋੜਾ ਸਮਾਂ ਦਿਓ ਬਾਬਾ ਕਲਿਆਣ ਚੰਦ ਜੀ। ਫਿਰ ਥੋੜੇ ਸਮੇਂ ਬਾਅਦ ਜਦੋਂ ਪੱਤਰੀ ਬਣਾਈ, ਸਾਰੇ ਲਗਨ ਸ਼ਗਨ ਵੇਖ ਕਰਕੇ, ਤੇ ਫਿਰ ਪੰਡਤ ਹਰਦਿਆਲ ਜੀ ਜਦੋਂ ਘਰ ਆਏ ਨਾ ਪੱਤਰੀ ਬਣਾ ਕੇ, ਬਾਬਾ ਕਲਿਆਣ ਚੰਦ ਜੀ ਨੂੰ ਕਹਿੰਦੇ ਆ ਕਿ ਆਪਣੇ ਪੁੱਤਰ ਨੂੰ ਲੈ ਕੇ ਆਓ। ਫਿਰ ਲੈ ਕੇ ਆਏ। ਉਸ ਦਿਨ ਪੰਡਤ ਹਰਦਿਆਲ ਜੀ ਨੇ ਗੁਰੂ ਨਾਨਕ ਸਾਹਿਬ ਦੇ ਨੰਨੇ ਚਰਨਾਂ ਨੂੰ ਆਪਣੇ ਮੱਥੇ ਤੇ ਲਾਇਆ ਅਤੇ ਤੇ ਸਮੇਂ ਇਹ ਵਾਕ ਕਹੇ ਸੀ ਬਾਬਾ ਕਲਿਆਣ ਚੰਦ ਜੀ, ਤੁਹਾਡਾ ਪੁੱਤਰ ਜਾਂ ਤਾਂ ਚੱਕਰਵਰਤੀ ਬਾਦਸ਼ਾਹ ਹੈ ਜੋ ਮੈਂ ਵਿਦਿਆ ਵਿੱਚ ਵੇਖਿਆ, ਤੇ ਜਾਂ ਇਹ ਕੋਈ ਵੱਡਾ ਅਵਤਾਰੀ ਪੁਰਖ ਹੈ। ਸਾਰੀ ਕਾਇਨਾਤ ਇਹਨਾਂ ਦੀ ਆਗਿਆ ਵਿੱਚ ਚੱਲੇਗੀ, ਸਮੁੰਦਰ ਧਰਤੀ ਸਭ ਇਹਨਾਂ ਨੂੰ ਰਾਹ ਦੇਣਗੇ, ਦੇਵੀ ਦੇਵਤੇ ਯਕਸ਼ ਕਿੰਨਰ ਨਰ ਦੈਂਤ ਸਭ ਇਹਨਾਂ ਦੇ ਵਿੱਚ ਅੱਗੇ ਝੁਕ ਜਾਣਗੇ। ਇਉਂ ਪੰਡਤ ਹਰਦਿਆਲ ਨੇ ਬੜੀ ਉਪਮਾ ਕੀਤੀ। ਮਹਾਰਾਜ ਦੇ ਪਿਤਾ ਜੀ ਬੜੇ ਖੁਸ਼ ਹੋਏ। ਫਿਰ ਕਿਹਾ ਮੈਨੂੰ ਇਉਂ ਪ੍ਰਤੀਤ ਹੋ ਰਿਹਾ ਇਹਨਾਂ ਦੇ ਸ਼ੀਸ਼ ਤੇ ਛਤਰ ਝੂਲ ਰਿਹਾ ਹੈ, ਇਹਨਾਂ ਦੇ ਚੌਰ ਹੋ ਰਹੀ ਹੈ। ਜਦੋਂ ਮਹਾਰਾਜ ਜੀ ਨੇ 20 ਰੁਪਏ ਵੀ ਸਤਿਗੁਰਾਂ ਨੇ ਸਾਧੂਆਂ ਨੂੰ ਭੋਜਨ ਖਵਾਤਾ ਸੀ ਨਾ, ਤੇ ਮਹਾਰਾਜ ਦੇ ਪਿਤਾ ਜੀ ਖਫੇ ਹੋਏ ਪੰਡਤ ਜੀ ਨੂੰ ਬੁਲਾ ਕੇ ਕਹਿੰਦੇ, ਆ ਪੰਡਤ ਹਰਦਿਆਲ ਚੰਗਾ ਹੀ ਛਤਰ ਚਲਾਇਆ ਹੀ ਮੇਰੇ ਸਿਰ ਤੇ, ਇਹ ਉਲਾਂਭਾ ਵੀ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਸਤਿਗੁਰਾਂ ਨੂੰ ਨਹੀਂ ਪਹਿਚਾਣ ਸਕੇ। ਜਦੋਂ ਸਰੀਰ ਦੇ ਅੰਤ ਦਾ ਸਮਾਂ ਸੀ ਨਾ, ਉਦੋਂ ਗੁਰੂਦੇਵ ਨੇ ਫਿਰ ਆਪਣੇ ਪਿਤਾ ਜੀ ਨੂੰ ਆਪਣਾ ਵਾਸਤਵ ਰੂਪ ਦਿਖਾਇਆ ਸੀ। ਗਰੀਬ ਨਵਾਜ ਨੇ ਉਹਨਾਂ ਨੂੰ ਵੀ ਸਦਗਤੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। तो पंडित हरदयाल जी जदों महाराज जी का नामकरण करके अपने घर नूं जा रहे सी ना,
ਮਨ ਹੀ ਮਨ ਅਰਦਾਸਾਂ ਕਰ ਰਹੇ ਸੀ, ਹੇ ਈਸ਼ਵਰ ਜਦੋਂ ਤੱਕ ਇਹ ਜਵਾਨ ਹੋਣ ਤੇ ਬਲ ਦੇ ਸਹਿਤ ਆਪਣੀ ਰਸਨਾ ਤੋਂ ਬੋਲਣ ਲੱਗ ਜਾਣ, ਮੇਰਾ ਸਰੀਰ ਉਦੋਂ ਤੱਕ ਬਖਸ਼ ਦੇਈਂ, ਉਦੋਂ ਤੱਕ ਮੇਰੀ ਜਿੰਦ ਰਹੇ ਤੇ ਮੈਂ ਇਹਨਾਂ ਦੀ ਰਸਨਾ ਤੋਂ ਮੈਂ ਵੀ ਗਿਆਨ ਦਾ ਬਚਨ ਸੁਣ ਕੇ ਉਪਦੇਸ਼ ਪਾ ਕੇ ਨਿਹਾਲ ਹੋਵਾਂ। ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਦੁਨੀਆ ਨੂੰ ਤਾਰਨ ਆਏ ਹੈ। ਵਾਹਿਗੁਰੂ ਦੀ ਨੇਤ ਜਦੋਂ ਫਿਰ ਇਹ ਘਟਨਾ ਹੋਈ, ਹਜੂਰ 10 ਸਾਲ ਦੇ ਹੋਏ, ਜੰਝੂ ਪਹਿਨਾਇਆ ਜਾਣ ਲੱਗਾ। ਪੰਡਤ ਹਰਦਿਆਲ ਜੀ ਦੇ ਮਨ ਵਿੱਚ ਬਹੁਤ ਸ਼ਰਧਾ ਏ। ਉਹ ਧਾਗੇ ਦਾ ਬਣਾਇਆ ਹੋਇਆ ਜੰਝੂ, ਜਨੇਊ ਜਿਹਨੂੰ ਆਪਾਂ ਕਹਿ ਦਿੰਨੇ ਆ, ਜਦੋਂ ਸਤਿਗੁਰੂ ਜੀ ਦੇ ਪੰਡਤ ਹਰਦਿਆਲ ਜੀ ਪਾਉਣ ਲੱਗੇ, ਬਹੁਤ ਵੱਡਾ ਇਕੱਠ ਹੈ। ਮਹਾਰਾਜ ਜੀ ਦੇ ਸਾਰੇ ਸ਼ਰੀਕਾ ਇਕੱਠਾ ਹੋਇਆ ਹੈ, ਗੋਤੀ ਇਕੱਠੇ ਹੋਏ ਹੈ, ਇਲਾਕੇ ਦੇ ਵੱਡੇ ਵੱਡੇ ਨਾਮਵਰ ਬ੍ਰਾਹਮਣ ਉੱਥੇ ਵਿਦਵਾਨ ਬੈਠੇ ਹੈ ਤੇ ਬੜੇ ਮਹਾਨ ਛਤਰੀ ਵੀ ਬੈਠੇ ਹੈ। ਬਹੁਤ ਵੱਡਾ ਇਕੱਠ ਹੈ। ਪੰਡਤ ਹਰਦਿਆਲ ਜੀ ਜਦੋਂ ਮੰਤਰਾਂ ਦਾ ਜਾਪ ਕਰਦੇ ਆ, ਸਤਿਗੁਰੂ ਜੀ ਨੂੰ ਜੰਝੂ ਧਾਰਨ ਕਰਵਾਉਣ ਲੱਗੇ। ਹਜੂਰ ਨੇ ਸੱਜਾ ਹੱਥ ਅੱਗੇ ਕਰਕੇ ਪੰਡਤ ਹਰਦਿਆਲ ਜੀ ਨੂੰ ਰੋਕ ਦਿੱਤਾ। ਕਿਹਾ, ਪੰਡਤ ਜੀ ਅਸੀਂ ਇਹ ਜੰਝੂ ਧਾਰਨ ਨਹੀਂ ਕਰਨਾ। ਪੰਡਤ ਹਰਦਿਆਲ ਜੀ ਕਹਿੰਦੇ ਨੇ ਕਿ ਆਪ ਜੀ ਨੇ ਇਹ ਜੰਝੂ ਕਿਉਂ ਨਹੀਂ ਧਾਰਨ ਕਰਨਾ? ਮਹਾਰਾਜ ਕਹਿੰਦੇ, ਪੰਡਤ ਜੀ ਕੀ ਇਹ ਜੰਝੂ ਪਰਲੋਕ ਵਿੱਚ ਨਾਲ ਨਿਭ ਸਕਦਾ ਹੈ? ਪਰਲੋਕ ਵਿੱਚ ਸਹਾਈ ਹੋ ਸਕਦਾ ਹੈ? ਪੰਡਤ ਹਰਦਿਆਲ ਜੀ ਕੋਲ ਕੋਈ ਉੱਤਰ ਨਹੀਂ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤਾਂ ਪਰਲੋਕ ਵਿੱਚ ਸਹਾਈ ਹੁੰਦਾ ਹੈ ਤੇ ਫਿਰ ਸਾਡੇ ਪਾਓ। ਪੰਡਤ ਹਰਦਿਆਲ ਜੀ ਕਹਿੰਦੇ ਨੇ, ਮਹਾਰਾਜ ਪਰਲੋਕ ਵਿੱਚ ਕਿਹੜਾ ਜੰਝੂ ਸਹਾਈ ਹੁੰਦਾ, ਫਿਰ ਤੁਸੀਂ ਦੱਸੋ। ਤੇ ਸ੍ਰੀ ਗੁਰੂ ਜੀ ਉਸ ਸਮੇਂ ਗਿਆਨ ਦਾ ਜਨੇਊ ਦੱਸਦੇ ਆ, ਸਾਧ ਸੰਗਤ ਜੀ, ਜਿਹੜਾ ਮਹਾਰਾਜ ਜੀ ਨੇ ਸਾਨੂੰ ਪਹਿਨਾਇਆ। ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਇਹ ਜੰਝੂ ਧਾਰਨ ਕਰੋ। ਇਹ ਸੱਚ ਦਾ ਗਿਆਨ ਦਾ ਜੰਝੂ ਸਤਿਗੁਰੂ ਜੀ ਤੇ ਸਮੇਂ ਦੱਸਦੇ ਆਪਣੇ ਸ਼੍ਰੀ ਕੰਠ ਤੋਂ ਗਰੀਬ ਨਵਾਜ ਨੇ ਸਿੱਖਿਆ ਦਿੱਤੀ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਹਜੂਰ ਸ਼ਲੋਕ ਉਚਾਰਨ ਕਰਦੇ ਆ। ਦਇਆ ਕਪਾਹ ਸੰਤੋਖ ਸੂਤ। ਸਤਿਗੁਰੂ ਜੀ ਕਹਿੰਦੇ ਨੇ, ਪੰਡਤ ਜੀ ਇਹ ਕਪਾਹ ਦਾ ਬਣਿਆ ਹੋਇਆ ਜੰਝੂ ਨਹੀਂ। ਅਸੀਂ ਤਾਂ ਜਿਹੜਾ ਜੰਝੂ ਪਰਲੋਕ ਵਿੱਚ ਸਹਾਈ ਹੋਵੇ, ਗਿਆਨ ਦਾ ਜੰਝੂ ਤੁਹਾਨੂੰ ਦੱਸਦੇ ਆ, ਜਿਹੜਾ ਦਇਆ ਰੂਪੀ ਕਪਾਹ ਤੋਂ ਬਣਿਆ ਹੋਵੇ, ਸਾਰੇ ਜੀਆਂ ਦੇ ਉੱਤੇ ਦਇਆ ਕਰਨੀ। ਮਹਾਰਾਜ ਕਹਿੰਦੇ ਹਿਰਦਾ ਨਰਮ ਹੋਣਾ, ਇਹ ਜਿਹੜੀ ਦਇਆ ਹੈ ਨਾ, ਇਹ ਕਪਾਹ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ। ਫਿਰ ਸੰਤੋਖ ਸੂਤ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਸੰਤੋਖੀ ਚਿੱਤ ਰੱਖਣਾ। ਇਹ ਮਹਾਰਾਜ ਜੀ ਕਹਿੰਦੇ ਸੰਤੋਖ ਰੂਪੀ ਫਿਰ ਸੂਤ ਵੱਟਣਾ ਹੈ ਦਇਆ ਰੂਪੀ ਕਪਾਹ ਤੋਂ। ਜਤ ਗੰਢੀ ਸਤ ਵਟ। ਫਿਰ ਮਹਾਰਾਜ ਜੀ ਕਹਿੰਦੇ ਜਤ ਦੀਆਂ ਗੰਢਾਂ ਦੇਣੀਆਂ ਹਨ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਇਹ ਜਤ ਸਤ ਦੀਆਂ ਗੰਢਾਂ ਦੇਣੀਆਂ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਅੰਤਰੀਵ ਜਨੇਊ ਨੂੰ ਜਤ ਗੰਢੀ ਸਤ ਵਟ। ਫਿਰ ਸਤ ਪ੍ਰਤੰਗੀ ਜਿਹੜਾ ਹੋਣਾ ਹੈ, ਇਹ ਮਹਾਰਾਜ ਜੀ ਕਹਿੰਦੇ ਭਾਈ ਵੱਟ ਚਾੜਨਾ ਹੈ। ਝੂਠ ਨਹੀਂ, ਅਸਤ ਵਾਕ ਨਹੀਂ ਆਪਣੇ ਮੂੰਹ ਤੋਂ ਬੋਲਣਾ ਚਾਹੀਦਾ। ਇਹ ਸਤਿਗੁਰੂ ਗਰੀਬ ਨਵਾਜ ਜੀ ਗਿਆਨ ਦਾ ਜੰਝੂ ਮਹਾਰਾਜ ਦੱਸ ਰਹੇ। ਸਤਿਗੁਰੂ ਜੀ ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੈ। ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਵੇਖ ਲੋ, ਇਹ ਜਨੇਊ ਪਹਿਲੇ ਸਰੂਪ ਵਿੱਚ ਮਹਾਰਾਜ ਜੀ ਨੇ ਕਿਹਾ ਅਸੀਂ ਧਾਰਨ ਨਹੀਂ ਕਰਨਾ, ਕਿਉਂਕਿ ਇਹ ਬਾਹਰੀ ਕੇਵਲ ਰਵਾਇਤ ਹੈ। ਅੰਤਰੀਵ ਇਹ ਪਰਲੋਕ ਵਿੱਚ ਕੁਝ ਵੀ ਨਹੀਂ ਸਵਾਰਦਾ। ਪਰ ਫਿਰ ਵੀ ਧਰਮ ਕਰਮ ਹੈ ਨਾ ਜੇ, ਤਾਂ ਮਹਾਰਾਜ ਜੀ ਕਹਿੰਦੇ ਆ ਨਾਮੇ ਜਾਮੇ ਦੇ ਅੰਦਰ ਕਿ ਨਰੰਗਿਆ ਜੇ ਤੂੰ ਜ਼ਬਰਦਸਤੀ ਜ਼ੁਲਮ ਕਰਦਿਆਂ ਲਾਹੇਗਾ, ਫਿਰ ਅਸੀਂ ਲੈਣ ਨਹੀਂ ਦੇਣਾ ਹੈ। ਉਦੋਂ ਸਤਿਗੁਰਾਂ ਨੇ ਇਸੇ ਜੰਝੂ ਦੀ ਖਾਤਰ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ, ਜੋ ਬਾਜਾਂ ਵਾਲੇ ਸਤਿਗੁਰਾਂ ਦੀ ਕਲਮ ਕਹਿੰਦੀ ਹੈ, ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮਹਿ ਸਾਕਾ।
ਇਹ ਮਹਾਰਾਜ ਨੇ ਤਿਲਕ ਤੇ ਜੰਜੂ ਦੀ ਖਾਤਰ ਹਜੂਰ ਨੇ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ, ਇਹਨਾਂ ਦਾ ਨਾਮੋ ਨਿਸ਼ਾਨ ਰੱਖਿਆ। ਜੇ ਪਖੰਡ ਦੇ ਸਹਿਤ ਮਹਾਰਾਜ ਜੀ ਕਹਿੰਦੇ ਵੀ ਧੱਕੇ ਨਾਲ ਧਾਰਨ ਕਰਾਉਂਦੇ ਆ ਤੇ ਫਿਰ ਇਹ ਰਵਾਇਤਾਂ ਮਹਾਰਾਜ ਜੀ ਨੇ ਤੋੜ ਦਿੱਤੀਆਂ ਸੱਚੇ ਪਾਤਸ਼ਾਹ ਨੇ। ਹਜੂਰ ਕਹਿੰਦੇ ਆ ਕਿ ਜਿਹੜਾ ਸਾਰੇ ਜੀਆਂ ਦੇ ਉੱਤੇ ਦਇਆ ਕਰਨੀ ਹੈ ਇਹ ਕਪਾਹ ਹੈ। ਸਤ ਸੰਗਤ ਜੀ, ਨਿਰਦਈ ਮਨੁੱਖ ਕਦੇ ਵਾਹਿਗੁਰੂ ਨੂੰ ਪਾ ਨਹੀਂ ਸਕਦਾ ਹੈ। ਦਇਆ ਇੱਕ ਇਹੋ ਜਿਹਾ ਉੱਤਮ ਗੁਣ ਹੈ ਜਿਹਦੇ ਨਾਲ ਜੀ ਦਾ ਹਿਰਦਾ ਨਰਮ ਹੋ ਜਾਂਦਾ ਹੈ, ਤੇ ਜਿੱਥੇ ਦਇਆ ਹੋਵੇ ਨਾ ਸਤ ਸੰਗਤ ਜੀ ਉੱਥੇ ਪਾਪ ਨਹੀਂ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਆ ਦਇਆ ਦੀ ਕਪਾਹ ਹੋਵੇ ਤੇ ਸੰਤੋਖ ਦਾ ਜਿਹੜਾ ਹੈ ਉਹ ਸੂਤ ਬਣਾਉਂਦੇ ਨਾ ਕਪਾਹ ਤੋਂ, ਜਿਵੇਂ ਫਿਰ ਚਰਖੇ 'ਚ ਚਾੜ ਕੇ, ਇਵੇਂ ਫਿਰ ਸੰਤੋਖ ਮਹਾਰਾਜ ਕਹਿੰਦੇ ਸੂਤ ਵੱਟਣਾ ਕਰੇ ਸੰਤੋਖ ਦਾ। ਤੇ ਜਤ ਸਤ ਜਿਹੜੀਆਂ ਜੰਜੂ ਵਿੱਚ ਗੰਢਾਂ ਦਿੱਤੀਆਂ ਹੁੰਦੀਆਂ ਹਨ, ਇਹ ਮਹਾਰਾਜ ਜੀ ਕਹਿੰਦੇ ਜਤ ਸਤ ਦੀਆਂ ਗੰਢਾਂ ਜਿਹੜੀਆਂ ਨਾ ਇਹ ਪਾਉਣਾ ਕਰੇ। ਤੇ ਜਿਹੜਾ ਵੱਟ ਚਾੜਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸੱਚ ਬੋਲਣ ਰੂਪੀ ਵੱਟ ਚੜਾਉਣਾ ਹੈ, ਸਤ ਪ੍ਰਤੱਗੀ ਹੋਣਾ ਹੈ। ਇਹੋ ਜਨੇਊ ਜੀ ਕਾ, ਮਹਾਰਾਜ ਜੀ ਕਹਿੰਦੇ ਇਹ ਜੀਵ ਦਾ ਹਿਰਦੇ ਦਾ ਪਾਉਣ ਵਾਲਾ ਸਤਿਗੁਰੂ ਕਹਿੰਦੇ ਜਿਹੜਾ ਇਹ ਜਨੇਊ ਹੈ। ਹਾਈ ਤ ਪਾਂਡੇ ਘਤ, ਜੇ ਪੰਡਤ ਹਰਦਿਆਲ ਜੀ ਹੈਗਾ ਤਾਂ ਫਿਰ ਮੇਰੇ ਘੱਤ ਦੇ ਭਾਵ ਪਾ ਦਿਓ ਸਾਡੇ, ਤੇ ਜੇ ਹੈਗਾ ਤੁਹਾਡੇ ਕੋਲ ਤੇ ਆਪਦੇ ਵੀ ਪਾ ਲਓ, ਤੇ ਮਹਾਰਾਜ ਜੀ ਕਹਿੰਦੇ ਸਾਡੇ ਵੀ ਪਾ ਦਿਓ। ਇਹ ਸਤਿਗੁਰਾਂ ਜੀ ਨੇ ਵੇਖ ਲਓ ਇਹ ਗਿਆਨ ਦਾ ਜੰਜੂ ਪਾਉਣ ਨੂੰ ਕਿਹਾ ਵੀ ਇਹ ਜੰਜੂ ਸਾਡੇ ਪਾਓ। ਇਹੀ ਜੰਜੂ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਤੋ ਗਰੀਬ ਨਵਾਜ ਜੀ ਕਹਿੰਦੇ ਨੇ ਹਈ ਤਾਂ ਪਾਂਡੇ ਘੱਤ, ਹੈ ਤਾਂ ਪੰਡਤ ਜੀ ਸਾਡੇ ਪਾ ਦਿਓ ਗਲ ਦੇ ਅੰਦਰ। ਨਾ ਇਹੋ ਟੁੱਟਾ ਨਾ ਮਲ ਲੱਗਾ। ਮਹਾਰਾਜ ਜੀ ਕਹਿੰਦੇ ਪੰਡਤ ਜੀ ਇਹ ਜਿਹੜਾ ਜੰਜੂ ਹੈ ਨਾ ਇਹ ਤਾਂ ਫਿਰ ਚਾਬੀਆਂ ਦਾ ਮਾਸਾ ਭਾਰ ਸਹਾਰਦਾ ਉਹ, ਤੇ ਉਹ ਤਾਂ ਟੁੱਟ ਜਾਂਦਾ ਹੈ। ਤੇ ਸਰੀਰ ਦੀ ਮੈਲ ਵੀ ਕਿੰਨੀ ਉਹਨੂੰ ਲੱਗ ਜਾਂਦੀ ਹੈ ਜਦੋਂ ਗਲ ਪਾਈਦਾ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਇਹ ਜਨੇਊ ਅਸੀਂ ਦੱਸਿਆ ਨਾ ਪੰਡਤ ਜੀ, ਨਾ ਇਹੋ ਟੁੱਟਾ, ਇਹ ਟੁੱਟਦਾ ਨਹੀਂ ਤੋੜਿਆ ਕਿਸੇ ਦੇ, ਨਾ ਇਹੋ ਟੁੱਟਾ ਨਾ ਮਲ ਲੱਗਾ। ਇਹਨੂੰ ਪਾਪਾਂ ਰੂਪੀ ਮੈਲ ਵੀ ਮਹਾਰਾਜ ਜੀ ਕਹਿੰਦੇ ਨਹੀਂ ਲੱਗਦੀ ਹੈ, ਬਾਹਰੀ ਤਾਂ ਲੱਗਣੀ ਕੀ ਹੈ, ਇਹਨੂੰ ਪਾਪਾਂ ਰੂਪੀ ਮੈਲ ਵੀ ਨਹੀਂ ਚਿੰਬੜਦੀ ਹੈ। ਨਾ ਇਹੋ ਜਲਾ ਨ ਜਾਏ, ਤੇ ਸਰੀਰ ਦੇ ਜਲਣੇ ਕਰਕੇ ਜੰਜੂ ਨਾਲ ਹੀ ਜਲ ਜਾਂਦਾ ਨਾ। ਮਹਾਰਾਜ ਕਹਿੰਦੇ ਇਹ ਗਿਆਨ ਦਾ ਜਨੇਊ ਜਿਹੜਾ ਨਾ ਇਹੋ ਜਲੈ ਨਾ ਜਾਏ, ਇਹ ਨਾ ਕਿਤੇ ਜਾਂਦਾ ਕੋਲ ਹੀ ਰਹਿੰਦਾ ਹੈ। ਜਦੋਂ ਸਰੀਰ ਵੀ ਛੁੱਟ ਜਾਂਦਾ ਨਾ ਤਾਂ ਵੀ ਕੋਲ ਹੀ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਨਾ ਇਹ ਜਲਦਾ ਅੱਗ ਦੇ ਅੰਦਰ, ਨਾ ਇਹ ਸੜਦਾ ਹੈ। ਜੀਵ ਦੇ ਜਿਵੇਂ ਪੁੰਨ ਚਲੇ ਜਾਂਦੇ ਆ ਨਾ ਸਾਧ ਸੰਗਤ ਜੀ, ਇਵੇਂ ਮਹਾਰਾਜ ਕਹਿੰਦੇ ਭਾਈ ਇਹ ਪੁੰਨਾਂ ਦੇ ਨਾਸ਼ ਹੋਣ ਵਾਂਗ ਕਿਤੇ ਇਹ ਜਨੇਊ ਜਾਂਦਾ ਨਹੀਂ, ਸਦਾ ਹੀ ਇਹ ਧਾਰਨ ਕਰਕੇ ਰੱਖਦਾ ਹੈ ਅੰਤਰੀਵ ਜਦੋਂ ਪਾ ਲਈਦਾ ਹਿਰਦੇ ਦੇ ਅੰਦਰ। ਇਹ ਜੀ ਦਾ ਜਨੇਊ ਹੈ, ਭਾਵ ਜੀ ਦੇ ਪਾਉਣ ਵਾਲਾ ਹੈ, ਹਿਰਦੇ ਦੇ ਅੰਦਰ ਅੰਤःਕਰਣ ਦੇ ਅੰਦਰ ਪਾਉਣ ਵਾਲਾ ਜਨੇਊ ਹੈ। ਇਹ ਅੱਗ ਦੇ ਸਾੜਿਆਂ ਸੜਦਾ ਨਹੀਂ, ਤੋੜਿਆਂ ਟੁੱਟਦਾ ਨਹੀਂ, ਪਾਪਾਂ ਦੀ ਮੈਲ ਕਰਕੇ ਕਾਲਖ ਕਰਕੇ ਮੈਲਾ ਨਹੀਂ ਹੁੰਦਾ ਹੈ। ਇਉਂ ਸਤਿਗੁਰੂ ਜੀ ਕਹਿੰਦੇ ਨਾ ਹੀ ਕਿਤੇ ਜਾਂਦਾ ਹੈ, ਗਵਾਚਦਾ ਨਹੀਂ ਹੈ ਕੋਲੋਂ। ਧਨ ਸੋ ਮਾਨਸ ਨਾਨਕਾ, ਹਜੂਰ ਕਹਿੰਦੇ ਧਨ ਹੈ ਐਸਾ ਮਾਨਸ ਮਨੁੱਖ ਜੋ ਗੱਲ ਚੱਲੇ ਪਾਏ। ਜਿਹੜੇ ਪਰਲੋਕ ਨੂੰ ਐਸਾ ਜੰਜੂ ਪਾ ਕੇ ਪੰਡਤ ਜੀ ਚੱਲੇ ਐ। ਇਸ ਸੰਸਾਰ ਤੋਂ ਜਿਹੜੇ ਇਹੋ ਜਿਹਾ ਜੰਜੂ ਪਹਿਨ ਕੇ ਪਰਲੋਕ ਨੂੰ ਚੱਲਦੇ ਆ ਨਾ, ਇਹ ਜੰਜੂ ਪਰਲੋਕ ਵਿੱਚ ਨਾਲ ਚੱਲਦਾ ਹੈ। ਸਤਿਗੁਰਾਂ ਜੀ ਨੇ ਜਦੋਂ ਇਹ ਵਾਕ ਕਹੇ ਤੇ ਪੰਡਤ ਜੀ ਦੀ ਲਿਵ ਲੱਗ ਗਈ। ਪੰਡਤ ਹਰਦਿਆਲ ਜੀ ਦੀ ਸੁਰਤ ਜੁੜ ਗਈ, ਇੱਕ ਰਸ ਨੈਣ ਰਸ ਨਾਲ ਭਿੱਜ ਗਏ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ। ਹਜੂਰ ਕਹਿੰਦੇ ਧਨ ਹਨ ਉਹ ਮਾਨਸ ਮਨੁੱਖ ਜਿਹੜੇ ਇਸ ਜੰਜੂ ਨੂੰ, ਗਿਆਨ ਦੇ ਜੰਜੂ ਨੂੰ ਪਾ ਕੇ ਪਰਲੋਕ ਨੂੰ ਚੱਲਦੇ ਆ। ਚੌਕੜ ਮੂਲ ਅਣਾਇਆ। ਫਿਰ ਸਾਧ ਸੰਗਤ ਜੀ ਉੱਥੇ ਜਿਹੜੇ ਹੋਰ ਬ੍ਰਾਹਮਣ ਬੈਠੇ ਹੋਏ ਸੀਗੇ ਉਹ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਇਹ ਤਾਂ ਉਲਟ ਵੈ ਗੱਲ ਧਰਮ ਤੋਂ, ਇਹ ਨਹੀਂ ਤੁਸੀਂ ਕਰ ਸਕਦੇ, ਕਿਉਂਕਿ ਸਤਜੁਗ ਤੋਂ ਇਹ ਤਾਂ ਕਿਰਿਆ ਚਲੀ ਆ ਰਹੀ ਹੈ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ 4 ਪੁੱਤਰਾਂ ਨੇ ਜੰਜੂ ਧਾਰਨ ਕੀਤਾ, ਬ੍ਰਹਮਾ ਨੇ ਧਾਰਨ ਕੀਤਾ ਹੈ, ਤੇ ਫਿਰ ਤੁਸੀਂ ਕਿਉਂ ਨਹੀਂ ਕਰਦੇ?
ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਕਿਹਾ ਤੇ ਸਤਿਗੁਰੂ ਜੀ ਕਹਿੰਦੇ ਹਨ, ਚੌਕੜ ਮੁੱਲ ਅਣਾਇਆ। ਮਹਾਰਾਜ ਜੀ ਕਹਿੰਦੇ ਚੌਂਕੜ 4 ਕੌਡੀਆਂ ਦਾ ਮੁੱਲ ਅਣਾਇਆ, ਮੁੱਲ ਲਿਆਂਦਾ ਹੋਇਆ ਇਹ ਜੰਝੂ ਹੈ। ਸਤਜੁਗ ਦੇ ਵਿੱਚ ਸਾਧ ਸੰਗਤ ਜੀ ਸੋਨੇ ਦਾ ਜੰਝੂ ਪਹਿਰਦੇ ਸੀਗੇ ਤੇ ਤ੍ਰੇਤੇ ਦੇ ਅੰਦਰ ਚਾਂਦੀ ਦਾ ਜੰਝੂ ਪਹਿਰਿਆ ਜਾਂਦਾ ਸੀ, ਦੁਆਪਰ ਦੇ ਅੰਦਰ ਤਾਂਬੇ ਦਾ ਜੰਝੂ ਪਹਿਰਿਆ ਜਾਂਦਾ ਸੀਗਾ ਤੇ ਕਲਯੁਗ ਦੇ ਅੰਦਰ ਹੁਣ ਇਹ ਸੂਤ ਦਾ ਜੰਝੂ ਰਹਿ ਗਿਆ ਹੈ। ਤਾਂ ਮਹਾਰਾਜ ਜੀ ਕਹਿੰਦੇ ਹਨ, ਚੌਕੜ ਮੁੱਲ ਅਣਾਇਆ। ਚੌਂਕੜ ਕੀ 4 ਕੌਡੀਆਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਮੁੱਲ ਜਿਹੜਾ ਹੈ ਨਾ ਇਹ ਅਣਾਇਆ ਮੰਗਵਾਇਆ ਹੈ, ਇਹ ਧਾਗਾ ਜਿਹੜਾ ਹੈ ਬਹਿ ਚੌਕਾ ਪਾਇਆ। ਤੇ ਚੌਂਕੇ ਦੇ ਵਿੱਚ ਬਿਠਾ ਕਰਕੇ ਬੜਾ ਚਨੁਕਰਾ ਥਾਂ ਬਣਾਇਆ, ਉਹਨੂੰ ਚੌਂਕਾ ਕਹਿੰਦੇ, ਮੰਡਪ ਵੀ ਕਹਿ ਦਿੰਦੇ ਆ। ਤੇ ਉਥੇ ਜਿਹੜੀ ਆ ਚੌਂਕੀ ਡਾਹੀ ਹੋਈ ਸੀ, ਮਹਾਰਾਜ ਜੀ ਕਹਿੰਦੇ ਹਨ, ਚੌਕੜ ਮੁੱਲ ਅਣਾਇਆ। 4 ਕੌਡੀਆਂ ਦਾ ਮੁੱਲ ਲਿਆਂਦਾ ਹੋਇਆ ਇਹ ਜਨੇਊ ਬਹਿ ਚੌਕਾ ਪਾਇਆ। ਚੌਂਕੇ ਵਿੱਚ ਬਿਠਾ ਕਰਕੇ ਤੁਸੀਂ ਪਾ ਦਿੰਦੇ ਹੋ। ਸਿੱਖਾ ਕੰਨ ਚੜਾਈਆ। ਫਿਰ ਸਿੱਖਿਆਵਾਂ ਜਿਹੜੀਆਂ ਨਾ ਉਹ ਕੰਨ ਵਿੱਚ ਚਾੜ ਦਿੰਨੇ ਹੋ, ਭਾਵ ਕੰਨ 'ਚ ਫੂਕ ਮਾਰ ਦਿੰਨੇ ਹੋ ਕਿ ਕੰਨਾ ਮਾਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇਹ ਮਹਾਰਾਜ ਕਹਿੰਦੇ ਕੰਨ 'ਚ ਫੂਕ ਮਾਰ ਦਿੰਨੇ ਹੋ। ਫਿਰ ਇਸ ਪ੍ਰਕਾਰ ਕਹਿੰਦੇ ਆ, ਸਿੱਖਾ ਕੰਨ ਚੜਾਈਆ। ਕਿ ਸਿੱਖਿਆਵਾਂ ਕੰਨ ਦੇ ਉੱਤੇ ਚਾੜ ਦਿੰਨੇ ਹੋ, ਦੱਸ ਦਿੰਨੇ ਹੋ, ਸਿੱਖਿਆਵਾਂ ਦੇ ਦਿੰਦੇ ਹੋ। ਗੁਰ ਬ੍ਰਾਹਮਣ ਥੀਆ। ਕਿ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੋ ਗਿਆ। ਤੇ ਸਤਿਗੁਰੂ ਜੀ ਤੇ ਆਪ ਹੀ ਧੁਰੋਂ ਗੁਰੂ ਰੂਪ ਹੋਏ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਪਦ ਕਿਸੇ ਅਵਤਾਰ ਪੀਰ ਪੈਗੰਬਰ ਨਾਲ ਨਹੀਂ ਲੱਗਦਾ ਸਿਵਾਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ। ਸਤਿਗੁਰੂ ਤੇ ਆਪ ਧੁਰੋਂ ਗੁਰੂ ਰੂਪ ਹੈ। ਮਹਾਰਾਜ ਜੀ ਕਹਿੰਦੇ ਆ ਵੀ ਤੁਸੀਂ ਫਿਰ ਸਿੱਖਿਆਵਾਂ ਦੇ ਕਰਕੇ ਕਹਿੰਦੇ ਗੁਰ ਬ੍ਰਾਹਮਣ ਥਿਆ, ਵੀ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਵੈ। ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਅਰਜ ਉਰਜ ਕੇ ਪਚਮੁਆ ਚਾਰੋਂ ਬੇਦਹ ਮਾਂ ਹੈ। ਕਹਿੰਦੇ ਵੀ ਤੁਸੀਂ ਜਗਤ ਦੇ ਗੁਰੂ ਅਖਵਾਓ ਭਾਵੇਂ, ਪਰ ਭਗਤਾਂ ਦੇ ਗੁਰੂ ਨਹੀਂ ਤੁਸੀਂ ਬਣ ਸਕਦੇ। ਇਹ ਸਤਿਗੁਰੂ ਜੀ ਕਹਿੰਦੇ ਇਸੇ ਪ੍ਰਕਾਰ ਸਿੱਖਾ ਕੰਨ ਚੜਾਈਆ। ਸਿੱਖਾ ਬੋਧੀ ਨੂੰ ਵੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਫਿਰ ਬੋਧੀਆਂ ਰਖਾ ਦਿੰਨੇ ਹੋ। ਤੇ ਇਸ ਪ੍ਰਕਾਰ ਜਿਹੜਾ ਜੰਝੂ ਹੁੰਦਾ ਲਘੂ ਸ਼ੰਕਾ ਕਰਨ ਲਈ ਕਹਿੰਦੇ ਵੀ ਉਹਨੂੰ ਕੰਨ ਤੇ ਚਾੜਨ ਲਈ ਸੁੱਚਾ ਰੱਖਣਾ ਹੈ, ਇਸ ਕਰਕੇ ਉਹਨੂੰ ਤਾਂ ਟੰਗਣ ਲਈ ਕਹਿ ਦਿੰਦੇ ਆ। ਇਹ ਸਿੱਖਾ ਸਾਧ ਸੰਗਤ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਜਿੱਥੇ 24 ਅਵਤਾਰਾਂ ਦੀ ਕਥਾ ਲਿਖੀ ਹੈ ਨਾ, ਉੱਥੇ ਅਰਹੰਤ ਅਵਤਾਰ ਦੀ ਕਥਾ ਲਿਖੀ ਹੈ। ਉਸ ਸਮੇਂ ਇਹ ਕਥਾ ਮਹਾਰਾਜ ਜੀ ਨੇ ਲਿਖਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੇ ਸਾਰੇ ਜਪ ਤਪ ਗਵਾਉਣ ਲਈ ਨਾ ਇਹ ਸਾਰੇ ਉਹਨੇ ਸਿਰ ਘਟਾਤੇ ਸੀ ਸਾਰਿਆਂ ਦੇ। ਸਿਖਾ ਹੇਤ ਬ੍ਰਾਹਮਣ ਸਭ ਕੀਨੇ, ਭਾਵ ਸਿਖਾ ਬੋਧੀ ਤੋਂ ਹੀਣੇ ਕਰ ਦਿੱਤੇ ਸਾਰੇ ਹੀ। ਇਹ ਉਦੋਂ ਦੀ ਇਹਨਾਂ ਦੀ ਰਵਾਇਤ ਚੱਲੀ ਹੈ। ਵਿਚਕਾਰ ਜੇ ਬੋਧੀ ਰੱਖਦੇ ਆ, ਕਿਉਂਕਿ ਸਿਖਾਹੀਨ ਮੰਤਰ ਨਾ ਫੁਰੈ। ਜਿਹਦੇ ਕੇਸ ਨਹੀਂ ਨਾ ਸੀ ਹੁੰਦੇ ਉਹਨੂੰ ਮੰਤਰ ਨਹੀਂ ਸੀ ਫੁਰਦਾ। ਜੇ ਕੋਈ ਕਰੇ ਉਲਟ ਤਹ ਪਰੇ। ਮਹਾਰਾਜ ਜੀ ਕਹਿੰਦੇ ਜੇ ਕੋਈ ਪੜਦਾ ਸੀ ਤਾਂ ਉਲਟਾ ਉਹਦੇ ਤੇ ਪੈਂਦਾ ਸੀ। ਇਹ ਜਿਹੜਾ ਕੇਸ ਹੈ ਨਾ, ਇਹ ਕੇਸ ਸਤਿਗੁਰਾਂ ਜੀ ਨੇ ਦੱਸਿਆ ਕਿ ਭਾਈ ਬੜੀ ਸ਼ਕਤੀ ਦਾ ਪ੍ਰਤੀਕ ਨੇ। ਮਨੁੱਖ ਦੀ ਬੜੀ ਸ਼ਕਤੀ ਨਾਸ਼ ਹੁੰਦੀ ਹੈ ਕੇਸਾਂ ਦੇ ਕੱਟਣੇ ਕਰਕੇ। ਅੰਤਰੀ ਵੀ ਇਹਨਾਂ ਦਾ ਬੜਾ ਪ੍ਰਭਾਵ ਹੈ ਤੇ ਬਾਹਰੀ ਤੌਰ ਤੇ ਵੀ। ਇਹ ਉਹ ਸਤਿਗੁਰੂ ਜੀ ਕਹਿੰਦੇ ਭਾਈ ਬੋਧੀਆਂ ਰਖਾ ਦਿੰਨੇ ਹੋ ਤੇ ਫਿਰ ਜਿਹੜਾ ਜੰਝੂ ਹੁੰਦਾ ਉਹਨੂੰ ਕਹਿੰਦੇ ਕੰਨ ਤੇ ਚਾੜ ਲਈ ਲਘੂ ਸ਼ੰਕਾ ਜਦੋਂ ਕਰਨੀ ਹੈ। ਗੁਰ ਬ੍ਰਾਹਮਣ ਥੀਆ। ਤੇ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਇਉਂ ਸਿੱਖਿਆ ਦੇ ਦਿੰਦੇ ਹੋ। ਉਹ ਮੂਆ ਉਹ ਝੜ ਪਿਆ। ਮਹਾਰਾਜ ਜੀ ਕਹਿੰਦੇ ਉਹ ਜਦੋਂ ਪਹਿਨਣ ਵਾਲਾ ਮੂਆ ਮਰ ਗਿਆ ਤੇ ਜਦੋਂ ਸੰਸਕਾਰ ਕੀਤਾ ਤੇ ਜੰਝੂ ਤੇ ਉੱਥੇ ਹੀ ਝੜ ਗਿਆ। ਉਹ ਧਾਗੇ ਦਾ ਜੰਝੂ ਜਦੋਂ ਮਹਾਰਾਜ ਕਹਿੰਦੇ ਸੰਸਕਾਰ ਕੀਤਾ, ਉਹ ਮੂਆ ਉਹ ਝੜ ਪਿਆ, ਉੱਥੇ ਹੀ ਝੜ ਗਿਆ ਅੱਗ ਦੇ ਵਿੱਚ ਸੜ ਕੇ ਵੇ ਤੱਗਾ ਗਿਆ। ਤੇ ਮਹਾਰਾਜ ਕਹਿੰਦੇ ਹੈ ਪੰਡਤ ਜੀ ਬ੍ਰਾਹਮਣੋ, ਉਹ ਫਿਰ ਪਰਲੋਕ ਨੂੰ ਤਾਂ ਬੇਤੱਗਾ ਹੀ ਗਿਆ ਨਾ, ਭਾਵ ਜਨੇਊ ਤੋਂ ਬਿਨਾਂ ਹੀ ਗਿਆ। ਤੱਗ ਜੰਝੂ ਨੂੰ ਕਹਿੰਦੇ ਆ ਧਾਗਾ। ਬੇਤੱਗਾ ਭਾਵ ਰਹਿਤ ਹੋ ਕਰਕੇ। ਮਹਾਰਾਜ ਜੀ ਕਹਿੰਦੇ ਫਿਰ ਉਹ ਪਰਲੋਕ ਨੂੰ ਜਦੋਂ ਗਿਆ ਤੇ ਬੇਤੱਗਾ ਹੀ ਗਿਆ ਨਾ, ਜੰਝੂ ਤੋਂ ਰਹਿਤ ਹੀ ਗਿਆ। ਕਿਉਂਕਿ
ਜੰਝੂ ਤਾਂ ਅੱਗ 'ਚ ਹੀ ਸੜ ਗਿਆ ਨਾ ਉੱਥੇ ਜਦੋਂ ਉਹ ਮਰਿਆ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪਰਲੋਕ ਨੂੰ ਤਾਂ ਫਿਰ ਬਿਨਾਂ ਹੀ ਜਨੇਊ ਤੋਂ ਜਾਂਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਲਖ ਚੋਰੀਆ ਲਖ ਜਾਰੀਆ। ਫਿਰ ਛਤਰੀ ਬੋਲ ਉੱਠੇ, ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਹੈ, ਜੰਝੂ ਤੁਹਾਨੂੰ ਧਾਰਨ ਕਰਨਾ ਪਵੇਗਾ। ਮਹਾਰਾਜ ਦੇ ਪਿਤਾ ਜੀ ਵੀ ਪ੍ਰੇਰ ਰਹੇ ਸੀ ਕਿ ਵੇਖੋ ਇਹ ਮੇਰਾ ਪੁੱਤਰ ਨਾਨਕ ਸਦਾ ਉਲਟੀ ਕਰਦਾ ਹੈ, ਤੇ ਛਤਰੀਆਂ ਨੂੰ ਵੀ ਕਹਿੰਦੇ ਆ ਕਿ ਇਹਨਾਂ ਨੂੰ ਕੁਝ ਸਮਝਾਓ, ਤੁਸੀਂ ਦੱਸੋ। ਫਿਰ ਛਤਰੀਆਂ ਦਾ ਸਮੁਦਾਇ ਉੱਠ ਗਿਆ। ਬ੍ਰਾਹਮਣਾਂ ਨੂੰ ਤਾਂ ਜਵਾਬ ਦਿੱਤਾ ਜਦੋਂ ਮਹਾਰਾਜ ਨੇ ਉਹ ਚੁੱਪ ਕਰ ਗਏ, ਕਿਉਂਕਿ ਗੱਲ ਯਥਾਰਥ ਹੈ, ਇਹਦਾ ਉੱਤਰ ਕੀ ਆਵੇ। ਹੁਣ ਮਹਾਰਾਜ ਦੇ ਸਾਹਮਣੇ ਵੱਡੇ ਵੱਡੇ ਵਿਦਵਾਨ ਪੰਡਤ ਬੈਠੇ ਆ, ਜਿਹੜੇ 4 ਵੇਦਾਂ ਦੇ ਬਕਤੇ ਐ, 18 ਪੁਰਾਣਾਂ ਨੂੰ ਪੜ੍ਹੇ ਹੋਏ ਐ, 6 ਸ਼ਾਸਤਰਾਂ ਨੂੰ ਜਾਣਦੇ ਐ। ਸਤਿਗੁਰਾਂ ਨੇ ਉਹਨਾਂ ਨੂੰ ਚੁੱਪ ਕਰਾਤਾ ਗਰੀਬ ਨਵਾਜ਼ ਨੇ, ਤੇ ਹਜੂਰ ਦੀ ਆਜੂ 10 ਸਾਲ ਦੀ ਆ ਉਸ ਵਕਤ। ਸਤਿਗੁਰਾਂ ਜੀ ਦੇ ਤੇ ਸਮੇਂ ਸਾਹਮਣੇ ਛਤਰੀਆਂ ਦਾ ਸਮੁਦਾਇ ਉੱਠ ਕੇ ਖਲੋ ਗਿਆ, ਕਿਉਂਕਿ ਆਪਣੀ ਨਰਾਦਰੀ ਸਮਝ ਰਹੇ ਆ। ਕਹਿਣ ਲੱਗੇ ਆ ਕਿ ਕਿਉਂ ਨਹੀਂ ਤੁਸੀਂ ਜੰਝੂ ਧਾਰਨ ਕਰਨਾ, ਇਹ ਤਾਂ ਧਰਮ ਦਾ ਕਰਮ ਹੈ, ਇਹਦੇ ਨਾਲ ਧਰਮ ਹੀ ਹੋਈਦਾ ਹੈ। ਤਾਂ ਸਤਿਗੁਰੂ ਜੀ ਉਹਨਾਂ ਦੀ ਸੁਣ ਕੇ ਗਰੀਬ ਨਵਾਜ਼ ਫਿਰ ਉੱਤਰ ਦਿੰਦੇ ਆ, ਲਖ ਚੋਰੀਆ ਲਖ ਜਾਰੀਆ। ਮਹਾਰਾਜ ਜੀ ਕਹਿੰਦੇ ਭਈ ਛਤਰੀਓ ਠੀਕ ਹੈ, ਤੁਸੀਂ ਜੰਝੂ ਧਾਰਨ ਕੀਤਾ, ਜਨੇਊ ਪਹਿਨਿਆ ਹੋਇਆ ਹੈ, ਪਰ ਮਹਾਰਾਜ ਜੀ ਕਹਿੰਦੇ ਕਿ ਇਹ ਧਰਮ ਦਾ ਕਰਮ ਹੈ ਨਾ, ਧਰਮ ਇਹਦੇ ਨਾਲ ਰਹਿੰਦਾ ਨਾ। ਤਾਂ ਹਜੂਰ ਕਹਿੰਦੇ ਨੇ ਲੱਖ ਚੋਰੀਆਂ ਲੱਖ ਜਾਰੀਆਂ। ਦੱਸੋ ਜਨੇਊ ਪਾਇਆ ਹੋਇਆ ਕਹੂ ਕੀ ਕਰੂਗਾ ਜਦੋਂ ਤੁਸੀਂ ਲੱਖਾਂ ਹੀ ਚੋਰੀਆਂ ਕਰੀ ਜਾਂਦੇ ਆ। ਤੇ ਫਿਰ ਲੱਖਾਂ ਹੀ ਮਹਾਰਾਜ ਕਹਿੰਦੇ ਯਾਰੀਆਂ ਵਿਭਚਾਰ ਕਰਦੇ ਹੋ, ਇੰਨੇ ਕੁਕਰਮ ਕਰਦੇ ਹੋ, ਪਰ ਇਸਤਰੀ ਗਬਨ ਕਰਦੇ ਹੋ, ਇਹੋ ਜੀਆਂ ਯਾਰੀਆਂ ਪਾਉਂਦੇ ਹੋ। ਲਖ ਕੁੜੀਆ ਲਖ ਗਾਲ। ਤੇ ਲੱਖਾਂ ਹੀ ਮਹਾਰਾਜ ਕਹਿੰਦੇ ਝੂਠੀਆਂ ਕੂੜੀਆਂ ਭਾਵ ਝੂਠੀਆਂ ਗਵਾਹੀਆਂ ਦਿੰਦੇ ਹੋ, ਤੇ ਲੱਖਾਂ ਵਾਰੀ ਆਪਣੇ ਮੂੰਹ ਤੋਂ ਗਾਲਾਂ ਕੱਢੀ ਜਾਂਦੇ ਹੋ, ਆਪ ਸ਼ਬਦ ਬੋਲਦੇ ਹੋ। ਤੇ ਦੱਸੋ ਇਹ ਜੰਝੂ ਫਿਰ ਪਹਿਨਿਆ ਤੁਹਾਡਾ ਧਰਮ ਰਹਿ ਜਾਏਗਾ? ਬਾਹਰੋਂ ਤਾਂ ਜੰਝੂ ਪਹਿਨਿਆ ਹੋਇਆ ਹੈ, ਪਰ ਰਾਤ ਦਿਨ ਮਹਾਰਾਜ ਕਹਿੰਦੇ ਲੱਖਾਂ ਚੋਰੀਆਂ ਹੀ ਕਰੀ ਜਾਂਦੇ ਆ। ਤੇ ਲੱਖਾਂ ਹੀ ਮਹਾਰਾਜ ਕਹਿੰਦੇ ਭਾਈ ਯਾਰੀਆਂ ਤੁਸੀਂ ਵਿਭਚਾਰ ਕਰਦੇ ਹੋ, ਕੁਕਰਮ ਕਰਦੇ ਹੋ, ਤੇ ਲੱਖ ਕੂੜੀਆਂ ਲੱਖ ਗਾਲ, ਲੱਖਾਂ ਵਾਰੀ ਝੂਠੀਆਂ ਗਵਾਹੀਆਂ ਦੇ ਦੇ ਕੇ ਤੇ ਬਣਾ ਦਿੰਨੇ ਹੋ ਨਤਾਣਿਆਂ ਨੂੰ, ਗਰੀਬਾਂ ਨੂੰ। ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਲੱਖ ਕੂੜੀਆਂ ਲੱਖ ਗਾਲ, ਲੱਖਾਂ ਵਾਰੀ ਹੀ ਗਾਲਾਂ ਕੱਢਦੇ ਹੋ, ਭਾਵ ਝੂਠੀਆਂ ਗੱਲਾਂ ਕਰਦੇ ਹੋ। ਲਖ ਠੱਗੀਆਂ ਪਹਿਨਾਮੀਆਂ। ਤੇ ਲੱਖਾਂ ਹੀ ਠੱਗੀਆਂ ਮਾਰੀ ਜਾਂਦੇ ਆ, ਵਾਲ ਛਾਲ ਕਪਟ ਕਰੀ ਜਾਂਦੇ ਆ। ਪਹਿਨਾਮੀਆਂ ਹੁੰਦੇ ਪਿਛੇ ਮਾਨਗੀਆਂ, ਭਾਵ ਜਿਹੜਾ ਲੁਕ ਕੇ ਕੰਮ ਕਰਨਾ ਹੈ। ਮਹਾਰਾਜ ਜੀ ਕਹਿੰਦੇ ਭਾਈ ਲੁਕ ਕੇ ਕਰਦੇ ਆ ਤੇ ਛਪਾਈ ਜਾਂਦੇ ਆ, ਬਾਹਰੋਂ ਦਿਖਾਉਂਦੇ ਆ ਕਿ ਅਸੀਂ ਧਰਮੀ ਆ, ਤੇ ਅੰਦਰ ਲੁਕ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਪਿਛੇ ਮਾਨਗੀਆਂ ਕਰਦੇ ਆ। ਪਹਿਨਾਮੀਆਂ ਲੁਕ ਕੇ ਕੁਕਰਮ ਕਰਦੇ ਹੋ, ਲੱਖਾਂ ਹੀ ਕੁਕਰਮ ਕਰਦੇ ਹੋ। ਰਾਤ ਦਿਨਸ ਜੀ ਨਾਲ। ਤੇ ਰਾਤ ਦਿਨ ਹੀ ਤੁਹਾਡੇ ਜੀ ਦੇ ਨਾਲ ਇਹ ਕੁਕਰਮ ਚੇਤੇ ਤਾਂ ਹੈ ਨਾ, ਆਪਣੇ ਮਨ 'ਚ ਝਾਤੀ ਮਾਰ ਕੇ ਵੇਖੋ ਕਿ ਕੀ ਕੀ ਕੁਕਰਮ ਕੀਤੇ ਆ, ਤੇ ਬਾਹਰੋਂ ਜੰਝੂ ਪਹਿਨਿਆ ਹੋਇਆ ਏ। ਤਗ ਕਪਾਹ ਹੋ ਕਤੀਆ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਜਿਹੜਾ ਤਗ ਧਾਗਾ ਹੈ ਨਾ, ਤੇ ਕਪਾਹ ਨਾਲ ਇਹਨੂੰ ਕੱਤ ਲਈਦਾ ਹੈ, ਬਣਾ ਲਈਦਾ ਹੈ। ਬ੍ਰਾਹਮਣ ਵੱਟੇ ਆਏ। ਤੇ ਬ੍ਰਾਹਮਣ ਆ ਕਰਕੇ ਇਹਨੂੰ ਵੱਟ ਚੜਾਉਂਦਾ ਹੈ, ਸੂਤ ਭਾਵੇਂ ਘਰੋਂ ਹੀ ਦਿੰਦੇ ਆ, ਤੇ ਉਹ ਕਪਾਹ ਦਿੰਦੇ ਆ, ਤੇ ਬ੍ਰਾਹਮਣ ਆ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਵੱਟ ਚੜਾਉਂਦਾ ਹੈ। ਇਉਂ ਸਤਿਗੁਰੂ ਕਹਿੰਦੇ ਹਨ। ਇਸੇ ਪ੍ਰਕਾਰ ਤਗ ਕਪਾਹ ਹੋ ਕਤੀਆ। ਜਿਹੜਾ ਤਗ ਧਾਗਾ ਹੈ ਨਾ, ਮਹਾਰਾਜ ਜੀ ਕਹਿੰਦੇ ਕਪਾਹ ਤੋਂ ਇਸ ਨੂੰ ਕੱਤੀ ਦਾ ਹੈ, ਬਣਾਈ ਦਾ ਹੈ। ਬ੍ਰਾਹਮਣ ਵੱਟੇ ਆਏ। ਤੇ ਬ੍ਰਾਹਮਣ ਜਿਹੜਾ ਹੈ ਉਹਨੂੰ ਸੁੱਚਾ ਮੰਨਦੇ ਆ, ਉਹ ਆ ਕਰਕੇ ਫਿਰ ਇਹਦੇ ਤਾਈਂ ਜੰਝੂ ਬਣਾਉਂਦਾ, ਵੱਟ ਚੜਾਉਂਦਾ ਹੈ। ਕੋਹ ਬੱਕਰਾ ਰਿੰਨ ਖਾਇਆ। ਮਹਾਰਾਜ ਜੀ ਕਹਿੰਦੇ ਫਿਰ ਇਸ ਸਮੇਂ ਦੇ ਅੰਦਰ ਕੋਹੇ ਬੱਕਰਾ ਰਿੰਨ ਖਾਇਆ। ਸਾਧ ਸੰਗਤ ਜੀ ਕੋਣਾ ਜਿਹੜਾ ਨਾ, ਇਹ ਇਸਲਾਮ ਦੇ ਅਨੁਸਾਰ ਜਿਹੜਾ ਹੈ ਛੁਰੀ ਫੇਰਨੀ, 2.5 ਛੁਰੀਆਂ ਫੇਰ ਕਰਕੇ ਕਲਮਾ ਪੜਨਾ, ਇਸ ਤਰ੍ਹਾਂ ਜਿਬਾ ਕਰਨ ਨੂੰ ਕੋਣਾ ਕਹਿੰਦੇ ਆ। ਤੇ ਪਹਿਲੇ ਸਮੇਂ ਦੇ ਅੰਦਰ ਨਾ, ਜਦੋਂ ਇਸਲਾਮਕ ਰਾਜ ਸੀਗਾ, ਉਦੋਂ ਕੋਈ ਜੇ ਕਿਸੇ ਨੇ ਆਪਣੇ ਘਰ ਵਿੱਚ ਸਮਾਗਮ ਦੇ ਸਮੇਂ ਬੱਕਰਾ ਵੱਢਣਾ ਹੁੰਦਾ ਤੇ ਆਪ ਨਹੀਂ ਸੀ ਵੱਢ ਸਕਦੇ, ਕਾਨੂੰਨ ਸੀਗਾ, ਉਹ ਆ ਕੇ ਜਿਬਾ ਕਰਕੇ ਦਿੰਦੇ ਸੀਗੇ। ਅਗਲੇ ਸ਼ਲੋਕ ਵਿੱਚ ਵੀ ਇਹਦਾ ਜ਼ਿਕਰ ਆਊਗਾ।
ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੋਹ ਕੇ ਬੱਕਰੇ ਨੂੰ ਰਿੰਨ ਕੇ ਫਿਰ ਖਾਂਦੇ ਹੋ। ਸਭ ਕੋ ਆਖਾ ਪਾਏ। ਤੇ ਜੇ ਕੋਈ ਪੁੱਛੇ ਵੀ ਅੱਜ ਬੜਾ ਛਕਿਆ ਛਕਾਇਆ, ਸਭ ਕੋ ਆਖਾ ਪਾਏ, ਸਾਰਿਆਂ ਦੇ ਤਾਈ ਆਖਦੇ ਹੋ ਅੱਜ ਪਾਇਆ ਹੈ, ਜੰਨੂ ਪਾਇਆ ਅੱਜ। ਮਹਾਰਾਜ ਕਹਿੰਦੇ ਛਤਰੀਆਂ ਨੂੰ ਦੱਸ ਰਹੇ ਐ ਵੀ ਇਹ ਜੰਜੂ ਧਾਰਨ ਕਰਨ ਨੂੰ ਸਾਨੂੰ ਕਹਿ ਰਹੇ ਹੋ, ਜਿਹੜਾ ਜੰਜੂ ਤੁਸੀਂ ਵੀ ਸਾਰਿਆਂ ਨੇ ਪਹਿਨਿਆ ਹੋਇਆ ਤੇ ਲੱਖਾਂ ਹੀ ਚੋਰੀਆਂ, ਠੱਗੀਆਂ, ਫਰੇਬ, ਯਾਰੀਆਂ, ਵਿਭਚਾਰੀਆਂ, ਝੂਠ ਬੋਲਣਾ ਸਭ ਕੁਝ ਕਰੀ ਜਾਂਦੇ ਹੋ। ਇਹ ਬਾਹਰੋਂ ਕਪਾਹ ਦਾ ਕੱਤਿਆ ਹੋਇਆ, ਮਹਾਰਾਜ ਜੀ ਕਹਿੰਦੇ ਭਾਈ ਬ੍ਰਾਹਮਣ ਦਾ ਚੜਾਇਆ ਹੋਇਆ ਵੱਟ ਤੇ ਬਣਾਇਆ ਹੋਇਆ ਜੰਜੂ, ਇਹ ਸਾਧ ਸੰਗਤ ਜੀ 9 ਅਗਰ ਦਾ ਜੰਜੂ ਪਹਿਨਦੇ ਐ। ਇਹ ਤਿੰਨ ਜਿਹੜੀਆਂ ਨਾ ਉਹ ਤਿੰਨ ਧਾਗੇ ਹੁੰਦੇ ਐ, ਤਿੰਨ ਅਗਰ ਦੇ। ਇਸ ਪ੍ਰਕਾਰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹੋ ਜਿਹਾ ਜੰਜੂ ਤੁਸੀਂ ਪਹਿਨਿਆ ਹੈ। ਉਹ ਬੱਕਰਾ ਰਿੰਨ ਖਾਇਆ। ਉਹ ਕੇ ਮਾਰ ਕੇ ਬੱਕਰੇ ਨੂੰ ਰਿੰਨ ਕੇ ਫਿਰ ਮਹਾਰਾਜ ਜੀ ਕਹਿੰਦੇ ਭਾਈ ਖਾਂਦੇ ਹੋਏ ਸਮਾਗਮ ਦੇ ਸਮੇਂ ਸਭ ਕੋ ਆਖਾ ਪਾਏ। ਜੇ ਕੋਈ ਪੁੱਛੇ ਤੇ ਸਾਰਿਆਂ ਨੂੰ ਆਖਦੇ ਹੋ ਅੱਜ ਜੰਜੂ ਪਾਇਆ ਏ। ਹੋਏ ਪੁਰਾਣਾ ਸੁੱਟੀਆ। ਜਦੋਂ ਪੁਰਾਣਾ ਹੋ ਜਾਂਦਾ ਏ ਜੰਜੂ, ਨਾ ਕਰਕੇ ਤੁਰਦਿਆਂ ਫਿਰਦਿਆਂ ਕਿੰਨਾ ਚਿਰ ਧਾਗਾ ਨਾ ਅਕਸਰ ਹੋਏ ਪੁਰਾਣਾ ਸੁੱਟੀ ਐ, ਪੁਰਾਣਾ ਹੋ ਜੇ ਤੇ ਫਿਰ ਇਹਨੂੰ ਸੁੱਟ ਦਿੰਦੇ ਹੋ। ਭੀ ਫਿਰ ਪਾਈਆ ਹੋਰ। ਤੇ ਭੀ ਫਿਰ ਮਹਾਰਾਜ ਕਹਿੰਦੇ ਹੋਰ ਲੈ ਕੇ ਪਾ ਲੈਨੇ। ਉਦੋਂ ਤੇ ਸਮਾਗਮ ਨਹੀਂ ਕਰਦੇ, ਉਦੋਂ ਤੇ ਇਕੱਠ ਨਹੀਂ ਕਰਦੇ, ਫਿਰ ਆਪੇ ਹੀ ਨਵਾਂ ਦੁਕਾਨੋਂ ਲੈ ਕੇ ਪਾ ਲੈਨੇ। ਤੇ ਉਹ ਨਹੀਂ ਫਿਰ ਦੁਬਾਰਾ ਇਹ ਰਸਮ ਫਿਰ ਕਿਉਂ ਨਹੀਂ ਸਾਰੀ ਕਰਦੇ? ਹੋਏ ਪੁਰਾਣਾ ਸੁੱਟੀ ਹੈ, ਪਹਿਲਾਂ ਜਦੋਂ ਪੁਰਾਣਾ ਹੋ ਜਾਂਦਾ ਤੇ ਉਹਨੂੰ ਤਾਂ ਮਹਾਰਾਜ ਕਹਿੰਦੇ ਤੁਸੀਂ ਸੁੱਟ ਹੀ ਦਿੰਨੇ, ਇੰਨਾ ਨਰਾਦਰ ਕਰਦੇ ਆ। ਹੁਣ ਤਾਂ ਬੜੇ ਇਹਨੂੰ ਸੁਚਮਤਾ ਨਾਲ ਰੱਖ ਰਹੇ ਆ, 4 ਚਫੇਰੇ ਇਹਦੇ ਬੜਾ ਚੰਦਨ ਆਦਿਕ ਛਿੜਕ ਰਹੇ ਆ। ਜਦੋਂ ਪੁਰਾਣਾ ਹੋ ਜਾਂਦਾ ਉਦੋਂ ਸੁੱਟ ਦਿੰਨੇ ਆ ਤੇ ਫਿਰ ਹੋਰ ਲੈ ਕੇ ਜਦੋਂ ਪਾਉਨੇ ਤੇ ਚੁੱਪ ਚਪੀਤੇ ਹੀ ਲੈ ਕੇ ਪਾ ਲੈਨੇ। ਨਾਨਕ ਤਗ ਨਾ ਟੁੱਟਈ। ਮਹਾਰਾਜ ਜੀ ਕਹਿੰਦੇ ਭਾਈ ਉਹ ਤੱਗ ਜਿਹੜਾ ਨਾ, ਇਹ ਜਿਹੜਾ ਤੁਸੀਂ ਪਾਉਨੇ ਹੋ ਨਾ, ਇਹ ਫਿਰ ਟੁੱਟਣਾ ਨਹੀਂ ਚਾਹੀਦਾ ਹੈ। ਜੇ ਤੱਗ ਹੋਵਾ ਜੋਰ। ਜਿਸ ਤੱਗ ਜਨੇਊ ਦੇ ਅੰਦਰ ਜ਼ੋਰ ਹੋਵੇ ਤਾਂ ਫਿਰ ਇਹ ਟੁੱਟਣਾ ਨਹੀਂ ਚਾਹੀਦਾ, ਪਰ ਇਹਦੇ ਵਿੱਚ ਤਾਂ ਜ਼ੋਰ ਨਹੀਂ ਹੈ ਨਾ, ਤੇ ਧਾਗੇ ਦਾ ਵਿਚਾਰਾ ਕਮਜ਼ੋਰ ਜਿਹਾ ਜਨੇਊ। ਕਹਿੰਦੇ ਆ ਕਿ ਨਰੰਗਾ ਜਿਹੜਾ ਸੀ ਰੋਜ਼ 1.25 ਮਣ ਜੰਜੂ ਲਾ ਕੇ ਸਾਧ ਸੰਗਤ ਜੀ ਫਿਰ ਸ਼ਾਮ ਨੂੰ ਨਮਾਜ਼ ਪੜ੍ਹਦਾ ਹੁੰਦਾ ਸੀਗਾ। ਇਹ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜੂਰ ਆਪਣੇ ਸਵਾਸਾਂ ਦੀ ਡੋਰੀ ਨਾ ਤੋੜਦੇ ਤਾਂ ਜੰਜੂ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ ਇਸ ਦੇਸ਼ ਦੀ ਧਰਤੀ ਦੇ ਉੱਤੇ। ਇਹ ਤਾਂ ਸਤਿਗੁਰਾਂ ਨੇ ਆਪਣੇ ਸਵਾਸਾਂ ਦੀ ਡੋਰ ਨੂੰ ਤੋੜ ਕੇ ਕੱਚਾ ਜੰਜੂ ਸਤਿਗੁਰਾਂ ਨੇ ਬਚਾ ਲਿਆ, ਗਰੀਬ ਨਵਾਜ ਸਤਿਗੁਰਾਂ ਨੇ। ਇਉਂ ਮਹਾਰਾਜ ਜੀ ਕਹਿੰਦੇ ਹਨ ਨਾਨਕ ਤੱਗ ਨਾ ਟੁੱਟਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਛਤਰੀਓ, ਇਹ ਤੱਗ ਫਿਰ ਟੁੱਟਣਾ ਨਹੀਂ ਨਾ ਚਾਹੀਦਾ। ਇਹ ਜਨੇਊ ਜੇ ਤੱਗ ਹੋਵਾ ਜੋਰ। ਜਿਸ ਤੱਗ ਵਿੱਚ ਧਾਗੇ ਵਿੱਚ ਜਨੇਊ ਵਿੱਚ ਜ਼ੋਰ ਹੋਵੇ ਤੇ ਫਿਰ ਟੁੱਟੇ ਕਿਉਂ? ਪਰ ਇਹਦੇ ਵਿੱਚ ਜ਼ੋਰ ਹੀ ਨਹੀਂ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਨਾਇ ਮੰਨਿਆ ਪਤ ਉਪਜਾ। ਪੰਡਤ ਹਰਦਿਆਲ ਜੀ ਦੀ ਲਿਵ ਲੱਗੀ ਹੋਈ ਸੀ, ਫਿਰ ਇਹਨਾਂ ਦੀ ਲਿਵ ਭਰਤੀ। ਸੁਰਤ ਆਈ ਪੰਡਤ ਜੀ ਨੂੰ, ਵੇਖਿਆ ਚਰਚਾ ਬੜੀ ਹੋ ਰਹੀ ਹੈ। ਉਹ ਤਾਂ ਸੁਰਤ ਜੁੜ ਗਈ ਸੀ ਪੰਡਤ ਜੀ ਦੀ, ਕਿਉਂਕਿ ਸ਼ਰਧਾਵਾਨ ਸੰਸਾਦ ਸੰਗਤ ਜੀ। ਜਿਹੜਾ ਸ਼ਰਧਾ ਨਾਲ ਨਿਰਛਲ ਹਿਰਦੇ ਨਾਲ ਗੁਰੂ ਨਾਨਕ ਸਾਹਿਬ ਦਾ ਦੀਦਾਰ ਕਰਦਾ ਸੀ, ਉਹ ਨਿਰੰਕਾਰ ਨਾਲ ਜੁੜ ਜਾਂਦਾ ਸੀ। ਸਤਿਗੁਰੂ ਜੀ ਆਏ ਹੀ ਰੱਬੀ ਗਿਆਨ ਦੇਣ ਨੂੰ ਇਸ ਸੰਸਾਰ ਦੇ ਅੰਦਰ। ਭੁੱਲੇ ਭਟਕੇ ਜੀਆਂ ਨੂੰ ਵਾਹਿਗੁਰੂ ਦੇ ਵਿੱਚ ਅਭੇਦ ਕਰਨ ਲਈ ਆਏ ਸੱਚੇ ਪਾਤਸ਼ਾਹ। ਜਦੋਂ ਪੰਡਤ ਹਰਿਆਲ ਜੀ ਵਸਮਾਦ ਵਿੱਚੋਂ ਥੋੜਾ ਥੱਲੇ ਉਤਰੇ ਨਾ, ਨੇਤਰ ਖੁੱਲੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਾਹਮਣੇ ਦਰਸ਼ਨ ਹੋ ਰਿਹਾ, ਕਿਉਂਕਿ ਪੰਡਤ ਜੀ ਇਹਨਾਂ ਵਿੱਚੋਂ ਸਭ ਵਿੱਚੋਂ ਮੁਖੀ ਸੀ, ਵਿਦਿਆ ਦੇ ਉਹ ਧਨੰਤਰ ਸਨ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਲਏ ਪੰਡਤ ਜੀ ਨੇ। ਆਖਿਆ ਗਰੀਬ ਨਵਾਜ ਕਿ 9 ਅਗਰ ਦਾ ਜਨੇਊ ਹੁੰਦਾ ਹੈ। ਆਪ ਨੇ ਸਤਿਗੁਰੂ ਜੀ 2 ਜਿਹੜੇ 6 ਅਗਰ ਉਚਾਰਨ ਕੀਤੇ ਆ, ਦੱਸਿਆ ਹੈ 2 ਧਾਗਿਆਂ ਦੀ ਨਿਆਈ। ਮਹਾਰਾਜ ਹੁਣ ਇਹ ਤੀਜਾ ਅਗਰ ਵੀ ਜਿਹੜਾ ਕਿਰਪਾ ਕਰਕੇ ਦੱਸੋ ਕੀ ਹੁੰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਫਿਰ ਪੰਡਤ ਜੀ ਦੀ ਬੇਨਤੀ ਸੁਣ ਕੇ ਹਜੂਰ ਕਹਿੰਦੇ ਹਨ ਨਾਇ ਮੰਨਿਆ ਪਤ ਉਪਜਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਮ ਦਾ ਜਿਹੜਾ ਮੰਨਣ ਕਰਨਾ ਨਾ ਪੰਡਤ ਹਰਦਿਆਲ ਜੀ, ਇਹ ਹਿਰਦੇ ਦੇ ਅੰਦਰ ਕਪਾਹ ਦਾ ਬੂਟਾ ਉਗਣਾ ਹੈ। ਪਹਿਲਾਂ ਨਾਮ ਦਾ ਸਰਵਣ ਕਰਨ ਰੂਪ ਬੀਜ ਬੀਜਣਾ ਹੈ। ਸੁਧ ਹਿਰਦਾ ਧਰਤੀ ਹੈ,
ਪੰਡਤ ਜੀ ਦਾ ਹਿਰਦਾ ਸ਼ੁੱਧ ਸੀ ਨਾ, ਬਾਕੀ ਤਾਂ ਕਹਿ ਰਹੇ ਸਾਡੀ ਬੇਇੱਜ਼ਤੀ ਹੈ। ਪੰਡਤ ਹਰਦਿਆਲ ਜੀ ਨੂੰ ਪਤਾ ਕਿ ਮੇਰੇ ਮੁਕਤ ਹੋਣ ਦਾ ਸਮਾਂ ਹੈ, ਗਿਆਨ ਦੀ ਪ੍ਰਾਪਤੀ ਦਾ ਸਮਾਂ, ਇਸ ਕਰਕੇ ਝੁਕ ਗਏ ਪੰਡਤ ਹਰਦਿਆਲ ਜੀ। ਮਹਾਰਾਜ ਜੀ ਨੂੰ ਜਦੋਂ ਕਿਹਾ ਮਹਾਰਾਜ ਹੁਣ ਤੀਜਾ ਆਗਰ ਉਚਾਰਨ ਕਰੋ, ਤਾਂ ਸਤਿਗੁਰਾਂ ਕਿਹਾ ਪੰਡਤ ਹਰਦਿਆਲ ਜੀ ਸੁਧ ਹਿਰਦਾ ਜਿਹੜਾ ਨਾ ਉੱਥੇ ਨਾਮ ਦਾ ਸਰਵਣ ਕਰਨ ਰੂਪੀ ਇਹ ਬੀਜ ਬੀਜਣਾ ਹੈ। ਤੇ ਮਹਾਰਾਜ ਕਹਿੰਦੇ ਨਾਏ ਮੰਨਿਆ ਪਤ ਉਪਜੈ। ਪੱਤ ਕਹਿੰਦੇ ਪੱਤਰਿਆਂ ਨੂੰ, ਜਦੋਂ ਕਪਾਹ ਦਾ ਬੂਟਾ ਪੱਤਰਿਆਂ ਸਹਿਤ ਉੱਗਦਾ ਨਾ, ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਦਾ ਮੰਨਣ ਕਰਨ ਰੂਪ ਹੈ ਜਿਹੜਾ ਅੰਦਰ ਫਿਰ ਕਪਾਹ ਦਾ ਦਇਆ ਰੂਪੀ ਕਪਾਹ ਦਾ ਬੂਟਾ ਜਿਹੜਾ ਹੈ ਅੰਦਰ ਉੱਗ ਪੈਂਦਾ, ਨਾਮ ਦੇ ਮੰਨਣੇ ਕਰਨੇ ਕਰਕੇ ਪਤ ਪ੍ਰਤਿਸ਼ਠਾ ਹੁੰਦੀ ਹੈ, ਜੀਵ ਦੀ ਪਤ ਇੱਜ਼ਤ ਬਚ ਜਾਂਦੀ ਆ। ਸਾਲਾਹੀ ਸੱਚ ਸੂਤ, ਜਿਹੜਾ ਸੱਚੇ ਨਾਮ ਦੀ ਸਲਾਹ ਕਰਨੀ ਹੈ ਨਾ, ਫਿਰ ਪਿਆਰ ਨਾਲ ਭਿੱਜ ਕਰਕੇ ਇਹ ਸੂਤ ਬਣਾਉਣਾ ਹੈ। ਜਿਵੇਂ ਚਰਖੇ ਦੇ ਉੱਤੇ ਚਾੜ ਕੇ ਫਿਰ ਉਸ ਕਪਾਹ ਦਾ ਸੂਤ ਨਹੀਂ ਬਣਾਇਆ ਜਾਂਦਾ, ਧਾਗਾ ਬਣਾਇਆ ਜਾਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਇੱਕ ਨਾਮ ਵਿੱਚ ਆਪਣੇ ਚਿੱਤ ਨੂੰ ਪਰੋ ਲੈਣਾ ਨਾ, ਹਰ ਵੇਲੇ ਵਾਹਿਗੁਰੂ ਦੀ ਸੱਚੇ ਨਾਮ ਦੀ ਸਿਫਤ ਕਰਨੀ ਹੈ, ਇਹ ਮਹਾਰਾਜ ਜੀ ਕਹਿੰਦੇ ਸੂਤ ਪੰਡਤ ਜੀ ਬਣਾਉਣਾ ਕਰੋ। ਦਰਗਾਹ ਅੰਦਰ ਪਾਈਆ, ਫਿਰ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਰੂਪੀ ਦਰਗਾਹ ਦੇ ਅੰਦਰ ਪਾਇਆ ਜਾਂਦਾ ਹੈ। ਇਹ ਜਨੇਊ ਹਰੇਕ ਥਾਂ ਤੇ ਨਹੀਂ ਇਹ ਪਹਿਨਾਇਆ ਜਾਂਦਾ, ਇਹ ਅੰਤਰੀਵ ਜਨੇਊ ਸਾਧ ਸੰਗਤ ਜੀ। ਮਹਾਰਾਜ ਜੀ ਕਹਿੰਦੇ ਨੇ ਦਰਗਾਹ, ਦਰ ਕੀ ਹੈ ਅੰਦਰ, ਗਾਹ ਕੀ ਹੈ ਜਗ੍ਹਾ, ਕਿਹੜੀ ਹੈ ਅੰਤःਕਰਨ। ਮਹਾਰਾਜ ਕਹਿੰਦੇ ਇਹ ਅੰਤःਕਰਨ ਦੇ ਪਾਉਣ ਦਾ ਜਨੇਊ ਹੈ, ਇਹ ਹਿਰਦੇ ਵਿੱਚ ਪਾਉਣ ਦਾ ਜਨੇਊ ਹੈ। ਇਹ ਬਾਹਰੋਂ ਨਹੀਂ ਦਿਸਦਾ ਪਰ ਇੰਨਾ ਜ਼ੋਰ ਵਾਲਾ ਹੁੰਦਾ ਕਿ ਇਹਨੂੰ ਕੋਈ ਤੋੜ ਨਹੀਂ ਸਕਦਾ। ਫਿਰ ਇਹ ਮਹਾਰਾਜ ਕਹਿੰਦੇ ਅੱਗ ਦੇ ਜਲਾਇਆ ਜਲਦਾ ਨਹੀਂ ਹੈ, ਇਹ ਕਿਸੇ ਪ੍ਰਕਾਰ ਗਲਦਾ ਨਹੀਂ ਹੈ, ਇਹ ਟੁੱਟਦਾ ਨਹੀਂ ਹੈ। ਇੰਨਾ ਮਹਾਰਾਜ ਕਹਿੰਦੇ ਮਜ਼ਬੂਤ ਜ਼ੋਰ ਵਾਲਾ ਇਹ ਜਨੂ ਹੈ। ਹਜੂਰ ਕਹਿੰਦੇ ਹਨ ਦਰਗਾਹ ਅੰਦਰ ਪਾਈਆ, ਤੇ ਮਹਾਰਾਜ ਜੀ ਕਹਿੰਦੇ ਫਿਰ ਇਹ ਦਰਗਾਹ ਦੇ ਅੰਦਰ ਭਾਵ ਸਤ ਸੰਗਤ ਦੇ ਅੰਦਰ ਹਿਰਦੇ ਦੇ ਅੰਦਰ ਇਹ ਪਾਇਆ ਜਾਂਦਾ ਏ। ਤਗ ਨ ਟੂਟਸ ਪੂਤ, ਮਹਾਰਾਜ ਕਹਿੰਦੇ ਇਹ ਪੂਤ ਪਵਿੱਤਰ ਜਨੂ ਹੈ ਪੰਡਤ ਜੀ, ਇਹ ਤੱਗ ਫਿਰ ਕਦੇ ਨਹੀਂ ਟੁੱਟਦਾ। ਇਹ ਤੱਗ ਜਨੇਊ ਦਇਆ ਰੂਪੀ ਜਨੇਊ ਮਹਾਰਾਜ ਜੀ ਕਹਿੰਦੇ ਨੇ ਕਦੇ ਵੀ ਨਹੀਂ ਟੁੱਟਦਾ। ਜਿਹੜਾ ਸੰਤੋਖ ਰੂਪੀ ਧਾਗਾ ਜਿਹਦਾ ਬਣਾਇਆ ਗਿਆ ਹੈ, ਇਹ ਮਹਾਰਾਜ ਕਹਿੰਦੇ ਜਿਹਨੂੰ ਜੱਤ ਦੀਆਂ ਗੰਢਾਂ ਦਿੱਤੀਆਂ ਗਈਆਂ ਹਨ ਤੇ ਸੱਤ ਦਾ ਵੱਟ ਚਾੜਿਆ ਗਿਆ ਹੈ ਪੰਡਤ ਜੀ, ਇਹ ਕਦੇ ਵੀ ਨਹੀਂ ਟੁੱਟਦਾ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਤਗ ਨ ਇੰਦਰੀ ਤਗ ਨ ਨਾਰੀ। ਹੁਣ ਫਿਰ ਸਾਰੇ ਜਦੋਂ ਛਤਰੀ ਜ਼ੋਰ ਲਾ ਹਟੇ, ਬ੍ਰਾਹਮਣ ਜ਼ੋਰ ਲਾ ਹਟੇ, ਵਿਦਵਾਨ ਸੀਗੇ ਚੁੱਪ ਕਰ ਗਏ ਸਾਰੇ। ਫਿਰ ਮਹਾਰਾਜ ਦੇ ਗੋਤੀ ਖੜੇ ਹੋ ਗਏ ਕਿ ਵੀ ਤੁਸੀਂ ਪਾਉਣਾ ਕਿਉਂ ਨਹੀਂ ਜਨੇਊ, ਪਾਉਣਾ ਪੈਣਾ ਹੈ ਤੁਹਾਨੂੰ ਇਹ ਜਨੇਊ, ਕਿਉਂਕਿ ਧਰਮ ਕਰਮ ਸੀ। ਵੇਖ ਲਓ ਅੱਜ ਕੋਈ ਧਰਮ ਕਰਮ ਹੋਵੇ ਤੇ ਉਹਨੂੰ ਫਿਰ ਕਿੰਨਾ ਜ਼ਿਆਦਾ ਉਹ ਆਪਣਾ ਬੁਰਾ ਮਨਾਉਂਦੇ ਆ ਤੇ ਜ਼ਬਰਦਸਤੀ ਕਰਦੇ ਆ। ਗੁਰੂ ਸਾਹਿਬ ਜੀ ਉਸ ਸਮੇਂ ਸਾਧ ਸੰਗਤ ਜੀ ਪੰਡਤ ਹਰਦਿਆਲ ਜੀ ਤੇ ਲਿਵ ਲੱਗੀ ਹੋਈ ਹੈ, ਸਾਰਿਆਂ ਦੇ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਜੀ ਦੇ ਰਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ। ਫਿਰ ਮਹਾਰਾਜ ਦੇ ਪਿਤਾ ਜੀ ਵੀ ਕਹਿਣ ਲੱਗੇ ਕਿ ਇਹ ਤਾਂ ਤੁਹਾਨੂੰ ਪਾਉਣਾ ਪੈਣਾ, ਇਹ ਤਾਂ ਠੀਕ ਨਹੀਂ ਹੈ, ਇਸ ਤਰ੍ਹਾਂ ਅਪਸ਼ਗਨ ਮੰਨਿਆ ਜਾਂਦਾ ਹੈ। ਤਾਂ ਸਤਿਗੁਰੂ ਜੀ ਹੁਣ ਇਹਨਾਂ ਵਹਿਮਾਂ ਨੂੰ ਵੀ ਗਰੀਬ ਨਿਵਾਜ ਤੋੜਦੇ ਹੋਏ ਮਹੱਲੇ ਵਿੱਚ ਸਤਿਗੁਰੂ ਜੀ ਸਿੱਖਿਆ ਦਿੰਦੇ ਆ ਤਗ ਨ ਇੰਦਰੀ ਤਗ ਨ ਨਾਰੀ। ਮਹਾਰਾਜ ਜੀ ਕਹਿੰਦੇ ਵੀ ਤੁਸੀਂ ਜਨੇਊ ਪਾਇਆ ਹੈ? ਕਹਿੰਦੇ ਹਾਂ ਪਾਇਆ ਹੈ। ਆਪਣਾ ਜਨੇਊ ਕੱਢ ਕੇ ਵਿਖਾਉਣ ਲੱਗੇ ਸਾਰੇ, ਹੱਥ ਤਾਂ ਕਰਕੇ ਗਲ ਵਿੱਚ ਪਾਏ ਹੋਏ ਜਨੇਊ ਸਭ ਨੇ ਦਿਖਾਏ ਪਏ, ਆ ਵੇਖੋ ਅਸੀਂ ਪਾਇਆ ਹੈ। ਤਾਂ ਸਤਿਗੁਰੂ ਜੀ ਤੇ ਸਮੇਂ ਕਹਿੰਦੇ ਤਗ ਨ ਇੰਦਰੀ। ਮਹਾਰਾਜ ਕਹਿੰਦੇ ਇੰਦਰੀਆਂ ਨੂੰ ਜਨੇਊ ਨਹੀਂ ਪਾਇਆ, ਇਹ ਅੱਖਾਂ ਰੂਪ ਵੇਖਦੀਆਂ ਇਹਨੂੰ ਕਿਉਂ ਨਹੀਂ ਜਨੇਊ ਪਾਇਆ, ਕੰਨ ਨਿੰਦਾ ਚੁਗਲੀ ਸੁਣਦੇ ਇਹਨੂੰ ਜਨੇਊ ਕਿਉਂ ਨਹੀਂ ਪਾਇਆ ਹੈ। ਜਾਂ ਤਾਂ ਕੰਨਾਂ ਨੂੰ ਵੀ ਜਨੇਊ ਪਾਓ ਨਾ, ਜਨੇਊ ਧਰਮ ਦਾ ਕਰਮ ਹੈ ਨਾ। ਮਹਾਰਾਜ ਜੀ ਕਹਿੰਦੇ ਵੀ ਜੇ ਤਾਂ ਕੰਨ ਚੁਗਲੀ ਸੁਣੀ ਜਾਂਦੇ ਐ ਤੇ ਰਸਨਾ ਨਿੰਦਾ ਕਰੀ ਜਾਂਦੀ ਹੈ, ਅੱਗੇ ਸਾਰਿਆਂ ਇੰਦਰੀਆਂ ਦਾ ਵੀ ਮਹਾਰਾਜ ਜ਼ਿਕਰ ਕਰਨਗੇ। ਇੰਦਰੀ ਦਾ ਵੀ ਰਸ ਹੈ ਜਿਹੜੀ ਕਾਮ ਵਾਸ਼ਨਾ ਵਿੱਚ ਮਹਾਰਾਜ ਕਹਿੰਦੇ ਮਨ ਫਸੇ ਹੋਏ ਐ ਕਿ ਜਤ ਦਾ ਜਨੇਊ ਪਾਇਆ ਹੈ, ਇੰਦਰੀ ਦਾ ਜਤ ਰੱਖਿਆ ਹੈ। ਮਹਾਰਾਜ ਜੀ ਕਹਿੰਦੇ ਤਗ ਨਾ ਇੰਦਰੀ ਤਗ ਨਾ ਨਾਰੀ। ਤੇ ਜਿਹੜੀ ਮਹਾਰਾਜ ਕਹਿੰਦੇ ਭਾਈ ਤੁਹਾਡੀ ਨਾਰੀ ਇਸਤਰੀ ਹੈ, ਉਹਨੂੰ ਜਨੇਊ ਕਿੰਨ ਪਾਉਣਾ ਹੈ। ਇਹ ਸਾਧ ਸੰਗਤ ਜੀ ਬ੍ਰਾਹਮਣਾਂ ਵਿੱਚ ਨਾ ਇਹ ਇਸਤਰੀ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ, ਕਿਉਂਕਿ ਉਹ ਸਮਝਦੇ ਕਿ ਗਲੀਚ ਹੈ।
ਇਸ ਤਰ੍ਹਾਂ ਸਮਝਦੇ ਤਾਂ ਨਹੀਂ ਉਹਨੂੰ ਜੰਝੂ ਪਨਾਉਂਦੇ। ਤੇ ਮਹਾਰਾਜ ਜੀ ਕਹਿੰਦੇ ਫਿਰ ਤੁਹਾਡੀ ਗਤੀ ਤਾਂ ਜੰਝੂ ਪਾਉਣ ਨਾਲ ਹੋ ਜੂਗੀ, ਤੇ ਤੁਹਾਡੀ ਇਸਤਰੀ ਜਿਹਦੇ ਤੋਂ ਤੁਹਾਡਾ ਵੰਸ਼ ਚੱਲ ਰਹੀ ਹੈ ਉਹਦੀ ਗਤੀ ਕੌਣ ਕਰੂਗਾ? ਇਸੇ ਕਰਕੇ ਮਹਾਰਾਜ ਜੀ ਨੇ ਖਾਲਸਾ ਧਰਮ ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤਾ ਤੇ ਆਖਿਆ ਬਈ ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਭ ਨੂੰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਸਭ ਦੀ ਕਲਿਆਣ ਕੀਤੀ ਹੈ। ਵੇਖ ਲਓ ਇਸਲਾਮ ਦੇ ਵਿੱਚ ਵੀ ਔਰਤ ਨਮਾਜ਼ ਨਹੀਂ ਪੜ੍ਹ ਸਕਦੀ ਮਸੀਤ ਵਿੱਚ ਜਾ ਕੇ, ਜੇ ਪੜ੍ਹ ਸਕਦੀ ਹੈ ਤੇ ਸੰਨ ਵਿੱਚ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ ਹੈ। ਤੇ ਇੱਥੇ ਕੋਈ ਵਿਤਕਰਾ ਵੇਖ ਲਓ ਸਤਿਗੁਰਾਂ ਦੇ ਹਜ਼ੂਰ ਸਭ ਬੈਠਦੇ ਆ ਕਰਕੇ ਇੱਕ ਜਿਹਾ ਹੀ ਹੈ ਸਾਰਿਆਂ ਵਾਸਤੇ। ਇਹ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਤਗ ਨ ਇੰਦਰੀ ਤਗ ਨ ਨਾਰੀ। ਮਹਾਰਾਜ ਕਹਿੰਦੇ ਭਾਈ ਇੰਦਰੀ ਨੂੰ ਵਿਸ਼ੇ ਵੱਲੋਂ ਰੋਕਣ ਰੂਪੀ ਤਗ ਧਾਗਾ ਨਹੀਂ ਪਾਇਆ, ਜਨੇਊ ਨਹੀਂ ਪਾਇਆ, ਤੇ ਆਪਣੀ ਨਾਰੀ ਜਿਹੜੀ ਇਸਤਰੀ ਹੈ ਉਹਦੇ ਤਾਈਂ ਮਹਾਰਾਜ ਕਹਿੰਦੇ ਭਾਈ ਤੁਸੀਂ ਜੰਝੂ ਨਹੀਂ ਧਾਰਨ ਕੀਤਾ ਹੈ। ਉਹ ਨਾਰੀ ਦੇ ਤਾਈਂ ਮਹਾਰਾਜ ਕਹਿੰਦੇ ਭਾਈ ਉਹਨੂੰ ਜਤ ਸਤ ਨਹੀਂ ਸਿਖਾਇਆ, ਰਹਿਤ ਬੰਨੀ ਦੱਸੀ, ਤੇ ਇਸ ਪ੍ਰਕਾਰ ਉਹਦਾ ਕਲਿਆਣ ਉਹਦੀ ਕੌਣ ਕਰੂਗਾ? ਉਹਨੂੰ ਜੰਝੂ ਨਹੀਂ ਧਾਰਨ ਕਰਵਾਇਆ ਹੈ। ਭਲ ਕੇ ਥੁੱਕ ਪਵਾ ਨਿਤ ਦਾੜੀ। ਭਲਕੇ ਤੋਂ ਭਾਵ ਰੋਜ਼ ਉੱਠ ਕੇ ਮਹਾਰਾਜ ਕਹਿੰਦੇ ਲਾਂਤਾ ਰੂਪੀ ਥੋਕੀ ਪਊਗੀ ਨਾ ਤੁਹਾਡੀ ਦਾੜੀ ਤੇ, ਭਾਵ ਇਹ ਫਟਕਾਰਾਂ ਹੀ ਪੈਣਗੀਆਂ ਨਾ ਕਿ ਜਿਸ ਇਸਤਰੀ ਨੇ ਤੁਹਾਡੀ ਇੰਨੀ ਸੇਵਾ ਕੀਤੀ, ਸਵੇਰੇ ਸ਼ਾਮ ਲੰਗਰ ਪ੍ਰਸ਼ਾਦ ਛਕਾਇਆ, ਨਾਲੇ ਤੁਹਾਡੇ ਔਲਾਦ ਪੈਦਾ ਕੀਤੀ, ਤੇ ਉਹਨੂੰ ਤੁਸੀਂ ਫਿਰ ਗਲੀਚ ਹੀ ਸਮਝਦੇ ਰਹੇ ਕਿ ਵੀ ਇਹਦੀ ਮੁਕਤ ਨਹੀਂ ਹੋ ਸਕਦੀ। ਇਹ ਤਾਂ ਸਤਿਗੁਰਾਂ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਕਿ ਭਾਈ ਉਹ ਤਾਂ ਇਹ ਮਹਾਰਾਜ ਦੇ ਵਾਕ ਅੱਗੇ ਆਉਣਗੇ ਸ਼ਲੋਕਾਂ ਦੇ ਅੰਦਰ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮਹਾਰਾਜ ਜੀ ਕਹਿੰਦੇ ਹਨ ਭਲ ਕੇ ਥੁੱਕ ਪਵਾ ਨਿਤ ਦਾੜੀ। ਕਿ ਭਲ ਕੇ ਮਹਾਰਾਜ ਕਹਿੰਦੇ ਹਰ ਰੋਜ਼ ਫਿਰ ਮੂੰਹ ਦੇ ਉੱਤੇ ਲਾਂਤਾ ਰੂਪੀ ਥੋਕੀ ਦਾੜੀ ਤੇ ਪਊਗੀ ਨਾ, ਭਾਵ ਫਟਕਾਰਾਂ ਹੀ ਪੈਣਗੀਆਂ। ਤਗ ਨ ਪੈਰੀ ਤਗ ਨ ਹੱਥੀ। ਮਹਾਰਾਜ ਕਹਿੰਦੇ ਪੈਰਾਂ ਨੂੰ ਵੀ ਤਗ ਜਨੇਊ ਨਹੀਂ ਪਾਇਆ, ਕਿਉਂਕਿ ਪੈਰਾਂ ਕਰਕੇ ਤੇ ਮਹਿਖਾਨਿਆਂ ਵਿੱਚ ਚੱਲ ਚੱਲ ਕੇ ਜਾਂਦੇ ਹੋ ਜਿੱਥੇ ਸ਼ਰਾਬਾਂ ਉੱਡਦੀਆਂ ਨੇ, ਪੈਰਾਂ ਨਾਲ ਚੱਲ ਕਰਕੇ ਤੇ ਫਿਰ ਤੁਸੀਂ ਜਾਂਦੇ ਹੋ ਵੇਸਵਾ ਦੇ ਜਿਹੜੇ ਆ ਕੋਠਿਆਂ ਦੇ ਉੱਤੇ। ਇਹ ਪੈਰਾਂ ਨੂੰ ਜਨੇਊ ਕਿਉਂ ਨਹੀਂ ਪਾਇਆ? ਤੇ ਜੇ ਤੁਸੀਂ ਬਾਹਰੋਂ ਇਹ ਜਨੇਊ ਪਾਇਆ ਹੋਇਆ ਹੈ ਤਾਂ ਮਹਾਰਾਜ ਜੀ ਕਹਿੰਦੇ ਕੀ ਕਰੂਗਾ ਪਾਇਆ ਹੋਇਆ ਜਨੇਊ ਜੇ ਤੁਸੀਂ ਪੈਰਾਂ ਨਾਲ ਚੱਲ ਕੇ ਕੁਸੰਗਤ ਵਿੱਚ ਜੂਏ ਬਾਜਾਂ ਦੇ ਕੋਲ ਜਾਂਦੇ ਆ, ਵਿਭਚਾਰੀਆਂ ਦੇ ਕੋਲ ਚੱਲ ਕਰਕੇ ਜਾਂਦੇ ਆ, ਤਾਂ ਮਹਾਰਾਜ ਕਹਿੰਦੇ ਭਾਈ ਪੈਰਾਂ ਵਿੱਚ ਤੁਸੀਂ ਜਨੇਊ ਨਹੀਂ ਪਾਇਆ ਹੈ। ਤੱਗ ਨਾ ਪੈਰੀ ਤੱਗ ਨਾ ਹੱਥੀਂ, ਤੇ ਹੱਥਾਂ ਨਾਲ ਜਿਹੜਾ ਕੁਕਰਮ ਕਰਦੇ ਆ, ਹੱਥਾਂ ਨਾਲ ਜਿਹੜੇ ਪਾਪ ਕਰਮ ਕਰਦੇ ਆ, ਆਪਣੇ ਹੱਥਾਂ ਨੂੰ ਵੀ ਮਹਾਰਾਜ ਕਹਿੰਦੇ ਭਾਈ ਤੁਸੀਂ ਜੰਝੂ ਨਹੀਂ ਪਾਇਆ ਹੈ। ਤਗ ਨ ਜਿਹਵਾ ਤਗ ਨ ਅੱਖੀ। ਤੇ ਆਪਣੀ ਜੀਭਾ ਨੂੰ ਵੀ ਤੱਗ ਤੁਸੀਂ ਜਿਹੜਾ ਹੈ ਜਨੇਊ ਨਹੀਂ ਪਾਇਆ, ਕਿਉਂਕਿ ਜੀਭਾ ਨਾਲ ਨਿੰਦਾ ਕਰੀ ਚਲੇ ਜਾਂਦੇ ਆ, ਕਰੀ ਚਲੇ ਜਾਂਦੇ ਆ, ਕੌੜੇ ਵਾਕ ਬੋਲਦੇ ਆ, ਈਰਖਾ ਦੇ ਸਹਿਤ ਬੋਲਦੇ ਆ, ਫਿਰ ਰਸਾਂ ਕਸਾਂ ਨੂੰ ਭੋਗੀ ਜਾਂਦੇ, ਜ਼ਬਾਨ ਦੇ ਰਸ ਵਿੱਚ ਫਸੇ ਹੋਏ ਆ। ਤੱਗ ਨਾ ਜਿਹਵਾ, ਤੁਸੀਂ ਆਪਣੀ ਜੀਭਾ ਨੂੰ ਤੱਗ ਨਹੀਂ ਪਾਈ, ਭਾਵ ਜਨੇਊ ਨਹੀਂ ਪਾਇਆ, ਤੇ ਫਿਰ ਤੱਗ ਨਾ ਅੱਖੀਂ, ਅੱਖਾਂ ਨੂੰ ਵੀ ਮਹਾਰਾਜ ਜੀ ਕਹਿੰਦੇ ਭਾਈ ਤੱਗ ਜਿਹੜਾ ਧਾਗਾ ਇਹ ਜਨੇਊ ਨਹੀਂ ਪਾਇਆ, ਕਿਉਂਕਿ ਅੱਖਾਂ ਪਰਾਇਆ ਰੂਪ ਵੇਖੀ ਜਾਂਦੀਆਂ ਹਨ। ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਜਾਂਦੀ ਹੈ ਨਾ, ਮਹਾਰਾਜ ਜੀ ਸਾਨੂੰ ਰਹਿਤ ਦੱਸਦੇ ਆ, ਤੇ ਮਹਾਰਾਜ ਨੇ ਇਹ ਸਿੱਧਾ ਕੋਈ ਇਹ ਨਹੀਂ ਕਿਹਾ ਕਿ ਤੂੰ ਬਾਹਰੋਂ ਕਿਰਪਾਨ ਪਾ ਲਈ, ਕੰਘਾ ਰੱਖ ਲਿਆ ਤੇ ਮੇਰੀ ਰਹਿਤ ਨਾ ਰੱਖੀ ਤੇ ਫਿਰ ਮੁਕਤ ਕਿਵੇਂ ਹੋਵੇਂਗਾ। ਮਹਾਰਾਜ ਨੇ ਕਿਹਾ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੇ, ਮਮ ਰਹਿਤ ਪਿਆਰੀ ਆਹੇ। ਇਹ ਨੇਤਰਾਂ ਵਿੱਚ 5 ਚੂੜੇ ਪਾਏ ਜਾਂਦੇ ਆ ਨਾ ਅੰਮ੍ਰਿਤ ਦੇ, ਉਦੋਂ ਨੇਤਰਾਂ ਵਾਸਤੇ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਇਹਨਾਂ ਨੇਤਰਾਂ ਨਾਲ ਪਰਾਇਆ ਰੂਪ ਨਹੀਂ ਵੇਖਣਾ, ਇਹ ਨੇਤਰਾਂ ਦੇ ਨਾਲ ਵਾਹਿਗੁਰੂ ਦੀ ਜੋਤ ਹੀ ਵੇਖਣੀ ਸਭ ਦੇ ਅੰਦਰ। ਕੇਸਾਂ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ ਤੇ ਉਹ ਦੱਸਿਆ ਜਾਂਦਾ ਹੈ ਕਿ ਸੀਸ ਅੱਜ ਤੋਂ ਇਹ ਗੁਰੂ ਸਾਹਿਬ ਦਾ ਹੋ ਗਿਆ, ਹੁਣ ਇਹ ਤੇਰਾ ਨਹੀਂ ਰਿਹਾ, ਕਿਉਂਕਿ ਤੂੰ ਭੇਟ ਕਰਕੇ ਅੰਮ੍ਰਿਤ ਦੀ ਦਾਤ ਲਈ ਹੈ। ਮੁਖ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ ਤੇ ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ ਆ ਕਿ ਰਸਨਾ ਨਾਲ ਹੁਣ ਕੌੜਾ ਵਾਕ ਨਹੀਂ ਬੋਲਣਾ, ਗਾਲਾਂ ਨਹੀਂ ਕੱਢਣੀਆਂ, ਇਸ ਰਸਨਾ ਤੋਂ ਹੁਣ ਤੂੰ ਨਾਮ ਜਪੀ, ਗੁਰਬਾਣੀ ਦਾ ਜਾਪ ਕਰੀ। ਇਹ ਸਤਿਗੁਰਾਂ ਸਾਨੂੰ ਸੁਭ ਸਿੱਖਿਆ ਦਰੜਵਾਈਆਂ ਨੇ, ਤਾਂ ਹੀ ਤਾਂ ਅੰਮ੍ਰਿਤ ਦਾ ਸਾਧ ਸੰਗਤ ਜੀ ਕੋਈ ਅਰਥ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਖੰਡਾ ਫੇਰਿਆ ਨਾ ਜਦੋਂ ਜਲ ਦੇ ਉੱਪਰ ਪਤਾਸੇ ਪਾ ਕਰਕੇ, ਤੇ ਆਪਣੇ ਸ਼੍ਰੀ ਕੰਠ ਤੋਂ ਨਾਮ ਉਚਾਰਨ ਕੀਤਾ ਹੈ।
ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਅੰਮ੍ਰਿਤ ਘੁਲਿਆ ਹੈ ਅੰਮ੍ਰਿਤ ਦੇ ਅੰਦਰ। ਇਹ 5 ਬਾਣੀਆਂ ਪੜ੍ਹ ਕੇ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰੀ ਕਈ ਕਿੰਤੂ ਕਰਦੇ ਹੋਏ ਕਹਿੰਦੇ ਆ ਵੀ ਵੇਖੋ ਇਹ ਜੰਜੂ ਤੇ ਤਰਕ ਹੈ ਬਾਣੀ ਦੇ ਵਿੱਚ, ਫਿਰ ਤੁਹਾਡੀ ਕਿਰਪਾਨ ਕਿਹੜੀ ਨਾਲ ਨਿਭਦੀ ਹੈ। ਇਉਂ ਕਹਿ ਦਿੰਦੇ ਵੀ ਗਾਤਰਾ ਵੀ ਤਾਂ ਸੜ ਹੀ ਜਾਂਦਾ ਹੈ। ਸਾਧ ਸੰਗਤ ਜੀ ਗਾਤਰਾ ਤੇ ਸੜ ਜਾਂਦਾ ਪਰ ਕਿਰਪਾਨ ਨਹੀਂ ਜੇ ਸੜਦੀ, ਉਹ ਉਦਾਂ ਹੀ ਰਹਿੰਦੀ ਹੈ। ਤੇ ਕਿਰਪਾਨ ਜਿਹੜੀ ਹੈ ਨਾ, ਨਾਲੇ ਜੰਜੂ ਕੱਢ ਕੇ ਕਿਸੇ ਜ਼ਾਲਮ ਦੇ ਪੇਟ 'ਚ ਨਹੀਂ ਮਾਰਿਆ ਜਾਂਦਾ, ਤੇ ਕਿਰਪਾਨ ਜਿਹੜੀ ਹੈ ਨਾ ਜ਼ਾਲਮ ਦੇ ਕੱਢ ਕੇ ਪੇਟ ਵਿੱਚ ਵੀ ਠੋਕ ਦਿੱਤੀ ਜਾਂਦੀ ਹੈ ਜਦੋਂ ਜ਼ਾਲਮ ਨੂੰ ਸ਼ਾਂਤੀ ਦੀ ਸਮਝ ਨਾ ਆਵੇ। ਇਹ ਸਤਿਗੁਰਾਂ ਜੀ ਨੇ ਸਾਨੂੰ ਲੋਕ ਪਰਲੋਕ ਦਾ ਗਹਿਣਾ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਨੇ। ਅੰਤਰੀਵ ਕਿਰਪਾਨ ਜਿਹੜੀ ਆ ਉਹ ਗੁਣਾਂ ਦੇ ਸ਼ਸਤਰ ਬਖਸ਼ੇ ਸੱਚੇ ਪਾਤਸ਼ਾਹ ਨੇ। ਬਾਹਰੀ ਸ਼ਸਤਰ ਸਤਿਗੁਰਾਂ ਨੇ ਜਰਵਾਣਿਆਂ ਤੋਂ ਰੱਖਿਆ ਵਾਸਤੇ ਬਖਸ਼ਿਸ਼ ਕੀਤੇ ਆ। ਇਸ ਕਰਕੇ ਸਾਧ ਸੰਗਤ ਜੀ ਇਹ ਤੁਲਨਾ ਨਹੀਂ ਕੀਤੀ ਜਾ ਸਕਦੀ। ਤੁਲਨਾ ਉਹ ਕਰਦੇ ਜਿਨ੍ਹਾਂ ਨੂੰ ਸਮਝ ਨਹੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ। 10 ਪਾਤਸ਼ਾਹੀਆਂ ਨੇ ਜੋ ਸਿਧਾਂਤ ਦਿੱਤਾ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਇਸ ਕਰਕੇ ਅਣਜਾਣ ਪੁਣੇ ਵਿੱਚ ਉਹ ਤੁਲਨਾ ਕਰਦੇ ਆ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜੇ ਤੁਸੀਂ ਆਪਣੀਆਂ ਅੱਖਾਂ ਨੂੰ ਜਨੇਊ ਨਹੀਂ ਪਾਇਆ ਤੇ ਆ ਜਿਹੜਾ ਜਨੇਊ ਗਲ ਪਾਇਆ ਕੀ ਕਰੂਗਾ। ਆਪਣੀ ਜੀਭਾਂ ਨੂੰ ਤੁਸੀਂ ਜਨੇਊ ਨਹੀਂ ਪਾਇਆ, ਇਹਦੇ ਨਾਲ ਤੁਸੀਂ ਗਾਲਾਂ ਕੱਢਦੇ ਹੋ, ਬੁਰੇ ਵਾਕ ਬੋਲਦੇ ਹੋ ਤੇ ਰਸ-ਕਸ ਜੋ ਮਰਜ਼ੀ ਖਾਈ ਜਾਂਦੇ ਹੋ। ਵੇ ਤੱਗਾ ਆਪੇ ਵਤਾ। ਮਹਾਰਾਜ ਕਹਿੰਦੇ ਵੇਖੋ ਵੇ ਤੱਗਾ ਆਪੇ ਵਤਾ, ਤੁਸੀਂ ਤਾਂ ਵੇ ਤੱਗੇ ਆਪ ਹੀ ਵਤਾ ਤੁਰੇ ਫਿਰਦੇ ਹੋ। ਵੇ ਤੱਗਾ ਆਪੇ ਵਤੈ, ਆਪ ਤੁਸੀਂ ਵੇ ਤੱਗੇ ਭਾਵ ਜਨੇਊ ਤੋਂ ਬਿਨਾਂ ਹੀ ਵੱਤੇ ਤੁਰੇ ਫਿਰਨ ਡਏ ਆ ਤੁਸੀਂ। ਮਹਾਰਾਜ ਕਹਿੰਦੇ ਜਨੇਊ ਤਾਂ ਪਾਇਆ ਹੀ ਨਹੀਂ ਹੈ। ਵਟ ਧਾਗੇ ਅਵਰਾ ਘਤਾ। ਆ ਧਾਗਿਆਂ ਦੇ ਵੱਟ ਕੇ ਹੋਰਨਾਂ ਦੇ ਪਾਈ ਜਾਂਦੇ ਵੀ ਆ ਤੇਰੇ ਪਾਈਏ ਆ ਤੇਰੇ ਪਾਈਏ। ਆਪ ਤਾਂ ਤੁਸੀਂ ਮਹਾਰਾਜ ਕਹਿੰਦੇ ਪਾਇਆ ਹੀ ਨਹੀਂ ਹੈ। ਸਾਬਤ ਕਰਤਾ ਸਤਿਗੁਰਾਂ ਨੇ ਕਿ ਤੁਸੀਂ ਜੰਜੂ ਨਹੀਂ ਪਾਇਆ। ਉਹ ਕਹਿੰਦੇ ਪਾਇਆ, ਮਹਾਰਾਜ ਕਹਿੰਦੇ ਇਹਦਾ ਧਾਗੇ ਦਾ, ਫਿਰ ਅੱਖਾਂ ਨੂੰ ਨਹੀਂ ਪਾਇਆ, ਕੰਨਾਂ ਨੂੰ ਨਹੀਂ ਪਾਇਆ, ਜੀਭਾਂ ਨੂੰ ਨਹੀਂ ਪਾਇਆ। ਇਹ ਸਤਿਗੁਰਾਂ ਜੀ ਨੇ ਫਿਰ ਦਰਸਾਇਆ। ਮਹਾਰਾਜ ਕਹਿੰਦੇ ਵੇਖੋ ਕਿੱਡੀ ਅਚਰਜ ਦੀ ਗੱਲ ਹੈ ਵੀ ਆਪ ਤਾਂ ਤੁਸੀਂ ਬੇਤੱਗੇ ਹੀ ਫਿਰਦੇ ਹੋ, ਜਨੇਊ ਪਾਇਆ ਹੀ ਨਹੀਂ ਤੇ ਵੱਟ ਧਾਗੇ ਅਵਰਾ ਘੱਤਾ, ਵੱਟ ਕੇ ਧਾਗਿਆਂ ਦੇ ਜਨੇਊ ਤੇ ਦੂਸਰਿਆਂ ਦੇ ਅਵਰਾ ਹੋਰਨਾਂ ਦੇ ਘੱਤੇ ਪਾਈ ਜਾਂਦੇ ਹੋ। ਲੈ ਪਹਾੜ ਕਰੇ ਵਿਆਹੋ। ਫਿਰ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਬੋਲ ਪਏ ਵੀ ਪਾਉਣਾ ਪੈਣਾ। ਮਹਾਰਾਜ ਕਹਿੰਦੇ ਤੁਸੀਂ ਸੁਣੋ ਗੱਲ ਵੀ ਲੈ ਪਹਾੜ ਕਰੇ ਵਿਆਹੋ। ਤੁਸੀਂ ਜਦੋਂ ਵਿਆਹ ਕਰਨਾ ਹੁੰਦਾ ਉਦੋਂ ਪਹਾੜਾ ਲੈ ਕੇ ਕਿਰਾਇਆ ਲੈ ਕੇ ਵਿਆਹ ਕਰਦੇ ਆ। ਜਿਵੇਂ ਉਹ ਸਤਸੰਗੀਆਂ ਸੁਣਿਆ, ਉਹ ਕਿਤੇ ਪੰਡਤ ਕੋਲ ਕਪਾਹ ਹੈ ਨਹੀਂ ਸੀ ਤੇ ਉਹਨਾਂ ਮੁੰਡੇ ਵਾਲਿਆਂ ਨੂੰ ਕਹਿੰਦਾ ਵੀ ਤੁਹਾਡੇ ਤੇ ਨਾ ਕਪਾਹੂ ਦੇਵਤਾ ਬੜਾ ਭਾਰੂ ਹੈ। ਦੱਸੋ ਕਪਾਹੂ ਦੇਵਤਾ ਕਦੇ ਸੁਣਿਆ ਨਹੀਂ, ਪਰ ਉਹਨ ਤੇ ਆਪਣਾ ਜਿਹੜਾ ਸੀ ਨਾ ਉਹ ਕੱਢਣਾ ਸੀਗਾ ਤਰੀਕੇ ਨਾਲ। ਤੇ ਕਹਿੰਦੇ ਜੀ ਮਹਾਰਾਜ ਉਪਾਅ ਦੱਸੋ। ਕਹਿੰਦੇ ਵੀ ਕਪਾਹ ਦੀਆਂ ਲਿਆਓ 5-7 ਪੰਡਾਂ ਤਾਂ ਹੀ ਕਪਾਹੂ ਦੇਵਤੇ ਦਾ ਫਿਰ ਮੈਂ ਉਪਾਅ ਕਰੂੰਗਾ। ਉਹ ਵੇਦੀ ਦੇ ਦਿਵਾਲੇ ਕਪਾਹ ਦੀਆਂ ਪੰਡਾਂ ਰਖਾਈਆਂ। ਉਧਰੋਂ ਕੁੜੀ ਵਾਲਿਆਂ ਨਾਲ ਜਿਹੜਾ ਪੰਡਤ ਆਇਆ ਉਹ ਬੜਾ ਵੇਖ ਕੇ ਹੈਰਾਨ ਹੋਇਆ। ਉਹ ਆਪਣੇ ਹੀ ਨੁਕਤੇ ਨਾਲ ਸੰਸਕ੍ਰਿਤ ਬਣਾ ਕੇ ਕਹਿੰਦਾ ਹੈ ਅਸਚਰਜ ਵਿਆਹੰ। ਇਹ ਸੰਸਕ੍ਰਿਤ ਆਪਣੀ ਬਣਾ ਲਈ ਉਹਨਾਂ ਨੇ ਵੀ ਦੂਜਿਆਂ ਨੂੰ ਪਤਾ ਨਾ ਲੱਗੇ। ਕਹਿੰਦਾ ਅਸਚਰਜ ਵਿਆਹੰ ਚਾਰੋਂ ਤਰਫ ਕਪਾਹੰ, ਵੀ ਬੜਾ ਹੈਰਾਨੀ ਵਾਲਾ ਵਿਆਹ ਹੈ। ਗੱਲ ਕੀ ਹੈ, 4 ਚਫੇਰੇ ਕਪਾਹ ਦੀਆਂ ਪੰਡਾਂ ਰਖਾਈਆਂ ਹੋਈਆਂ ਹਨ। ਉਹ ਅੱਗੋਂ ਮੰਤਰ ਪੜ੍ਹਦਾ ਨਾਲੇ ਅਹੂਤੀ ਪਾ ਰਿਹਾ ਸੀ। ਕਹਿੰਦਾ ਚੁੱਪ ਗੁੜਪੰ ਮੁਗਦੰ ਲੁੱਟੰ। ਇਹ ਸੰਸਕ੍ਰਿਤ ਬੋਲਦੇ ਆ। ਕਹਿੰਦਾ ਚੁੱਪ ਹੋ ਜਾ, ਗੁਪਤ ਹੋ ਜਾ, ਮੂਰਖਾਂ ਨੂੰ ਲੁੱਟ ਰਹੇ ਆ, ਕੋਈ ਗੱਲ ਨਹੀਂ। ਚੁੱਪ ਗੁੜਪੰ ਮੁਗਦੰ ਲੁੱਟੰ ਅਰਧੋ ਅਰਧ ਸਵਾਹੰ, ਨਾਲ ਹੀ ਅਹੂਤੀ ਪਾਤੀ ਸਵਾਹੰ ਕਹਿ ਕੇ ਪਾਉਂਦੇ ਹਨ। ਤੇ ਜਦੋਂ ਵਿਆਹ ਵਿਊ ਹੋ ਗਿਆ ਸਾਰਾ ਤੇ ਬਾਅਦ ਵਿੱਚ ਉਹਨੂੰ ਉਹ ਪੰਡਤ ਕਹਿੰਦਾ ਕੁੜੀ ਵਾਲਿਆਂ ਨੇ, ਕਹਿੰਦਾ ਲਿਆ ਫਿਰ ਅੱਧੀ ਹੁਣ ਕਪਾਹ। ਕਹਿੰਦਾ ਤੂੰ ਸੁਣਿਆ ਨਹੀਂ ਸੀ ਮੈਂ ਕਿਹਾ ਸੀ ਅਰਧੋ ਅਰਧ ਸਵਾਹੰ, ਸਵਾਹ ਅੱਧੀ ਲੈਣੀ ਤੇ ਲੈ ਲੈ, ਤੈਨੂੰ ਕਪਾਹ ਥੋੜਾ ਅੱਧੀ ਕਹੀ ਸੀਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਲੈ ਪਹਾੜ ਕਰੇ ਵਿਆਹੋ। ਪਹਾੜੇ ਲੈ ਕਰਕੇ ਵਿਆਹ ਕਰਦੇ ਆ। ਇਹ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਦੋਂ ਇੱਕ ਸਾਧ ਸੰਗਤ ਜੀ ਉੱਥੇ ਮੰਦਿਰ ਵਿੱਚ ਵਿਆਹ ਕਰਨ ਨੂੰ ਪੰਡਤ ਨੇ ਕਿਹਾ ਕਿ ਜੇ ਇੰਨੇ ਪੈਸੇ ਹੈਗੇ ਆ ਤਾਂ ਮੈਂ ਵਿਆਹ ਕਰ ਦੂੰ, ਨਹੀਂ ਤੇ ਨਹੀਂ ਕਰਨਾ। ਤੇ ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕੋਲ ਆ ਕੇ ਸੱਚੇ ਪਾਤਸ਼ਾਹ ਸੀ ਤਾਂ ਗਰੀਬ ਆ ਮਹਾਰਾਜ, ਸਾਡੇ ਕੋਲ ਤਾਂ ਹੈ ਨਹੀਂ ਪੈਸੇ। ਤੇ ਉਹ ਪੰਡਤ ਕਹਿੰਦਾ ਮੈਨੂੰ ਪੈਸੇ ਦਿਓ ਇੰਨੇ ਤੇ ਫਿਰ ਵਿਆਹ ਕਰੂੰਗਾ। ਹਜੂਰ ਨੇ ਫਿਰ ਸਾਧ ਸੰਗਤ ਜੀ ਕਿਰਪਾ ਕੀਤੀ ਤੇ ਇਹ ਲਾਵਾਂ ਦਾ ਪਾਠ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਕੀਤਾ। ਪਹਿਲਾਂ ਆਨੰਦ ਸਾਹਿਬ ਪੜ੍ਹ ਕੇ ਆਨੰਦ ਕਾਰਜ ਜਿਵੇਂ ਸ਼ਬਦ ਆਪਾਂ ਕਹਿੰਦੇ ਆ, ਫਿਰ ਮਹਾਰਾਜ ਜੀ ਨੇ ਲਾਵਾਂ ਵਿਧੀ ਪੂਰਵਕ ਸਤਿਗੁਰਾਂ ਜੀ ਨੇ 4 ਲਾਵਾਂ ਉਚਾਰਨ ਕੀਤੀਆਂ। ਤੇ ਹਜੂਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਜੰਮਣ ਤੇ
ਮਰਨ ਤੇ ਵਿਆਹ ਕਾਰਜ ਤੇ ਮੇਰਾ ਸਿੱਖ ਕਦੇ ਭਾੜਾ ਨਾ ਲਵੇ। ਜੋ ਸ਼ਰਧਾ ਨਾਲ ਅਗਲਾ ਭੇਟ ਕਰੇ ਉਹਨੂੰ ਪ੍ਰਵਾਨ ਕਰੇ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ। ਤੇ ਜੇ ਕੋਈ ਲੈਂਦਾ ਤਾਂ ਫਿਰ ਪੰਡਤਾਂ ਵਰਗਾ ਹੀ ਹੈ। ਮਹਾਰਾਜ ਜੀ ਕਹਿੰਦੇ ਹਨ, ਲੈ ਪਹਾੜ ਕਰੇ ਵਿਆਹੋ। ਮਹਾਰਾਜ ਜੀ ਕਹਿੰਦੇ ਲੈ ਕੇ ਪਹਾੜਾ ਕਰਾਇਆ ਜਿਹੜਾ ਤੁਸੀਂ ਵਿਆਹ ਕਰਦੇ ਹੋ। ਕੱਢ ਕਾਗਲ ਦੱਸੇ ਰਾਹੋ। ਤੇ ਕੱਢ ਕੇ ਕਾਗਲ ਜਿਹੜੀ ਪੱਤਰੀ ਹੈ ਫਿਰ ਰਾਹ ਦੱਸਦੇ ਅਗਲੇ ਨੂੰ ਵੀ ਤੇਰੇ ਤੇ ਤਾਂ ਰਾਹੂ ਭਾਰੂ ਹੈ, ਤੇਰੇ ਤੇ ਕੇਤੂ ਹੈ, ਸ਼ਨੀ ਹੈ। ਇਸ ਤਰ੍ਹਾਂ ਡਰਾ ਦਿੰਨੇ ਹੋ, ਰਾਹ ਦੱਸ ਦਿਓ ਸੰਸਾਰ ਦੇ ਜੀਆਂ ਨੂੰ। ਸੁਣ ਵੇਖੋ ਲੋਕਾ ਇਹੋ ਵਿਡਾਣ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਸੁਣੋ ਤੇ ਵੇਖੋ, ਐਡਾ ਵਿਡਾਣ, ਐਡਾ ਅਸਚਰਜ, ਇਹ ਹੈਰਾਨੀ ਵਾਲੀ ਗੱਲ ਹੈ। ਮਨ ਅੰਧਾ ਨਾਉ ਸੁਜਾਨ। ਮਨ ਦੇ ਤਾਂ ਅੰਨੇ ਐ ਤੇ ਨਾਮ ਰੱਖਿਆ ਵਿਦਵਾਨ, ਨਾਮ ਰੱਖਿਆ ਪੰਡਤ ਜੀ, ਨਾਮ ਰੱਖਿਆ ਸੁਜਾਨ ਵੀ ਅਸੀਂ ਤਾਂ ਅੰਤਰਜਾਮੀ ਆ, ਕਲਿਆਣ ਕਰਨ ਵਾਲੇ ਆ ਸਭ ਦੀ। ਮਨ ਦੇ ਅੰਨੇ ਐ, ਸਾਰੇ ਮਨ ਦੇ ਇੰਦਰੇ ਜਿਹੜੇ ਆ, ਮਨ ਦੀਆਂ ਜਿੰਨੀਆਂ ਭਾਵਨਾ ਸਭ ਵਿਕਾਰਾਂ 'ਚ ਫਸੀਆਂ ਹੋਈਆਂ। ਸਰੀਰ ਦੇ ਸਾਰੇ ਇੰਦਰੇ ਵਿਕਾਰਾਂ ਵਿੱਚ ਲੱਗੇ ਹੋਏ ਆ। ਮਹਾਰਾਜ ਕਹਿੰਦੇ ਸੁਣ ਲੋਕਾਂ ਵੇਖੋ ਇਹੋ ਵਿਡਾਣ। ਮਹਾਰਾਜ ਜੀ ਕਹਿੰਦੇ ਹਨ ਕਿ ਵੇਖੋ ਲੋਕੋ ਤੇ ਸੁਣੋ, ਇਹ ਐਸਾ ਵਿਡਾਣ ਅਸਚਰਜ ਹੈ ਕਿ ਮਨ ਅੰਧਾ ਨਾਉ ਸੁਜਾਨ। ਮਨ ਦੇ ਅੰਨੇ ਆ, ਵਿਸ਼ਿਆਂ ਵਿਕਾਰਾਂ ਨੇ ਮਨ ਤੇ ਬੁੱਧ ਨੂੰ ਅੰਨਿਆ ਕਰ ਛੱਡਿਆ। ਅਗਿਆਨ ਦਾ ਪਰਦਾ ਪਿਆ ਹੋਇਆ ਤੇ ਨਾਮ ਰੱਖਿਆ ਹੈ ਗਿਆਨਵਾਨ। ਨਾਮ ਰੱਖਿਆ ਕਿ ਅਸੀਂ ਸੁਜਾਨ ਅੰਤਰਜਾਮੀ ਹਾਂ। ਪੌੜੀ ਦੇ ਵਿੱਚ ਹੁਣ ਸਤਿਗੁਰੂ ਸਿੱਖਿਆ ਦਿੰਦੇ ਆ। ਜਦੋਂ ਫਿਰ ਪੰਡਤ ਹਰਦਿਆਲ ਜੀ ਸਾਰੇ ਚੁੱਪ ਕਰ ਗਏ ਨਾ, ਮਹਾਰਾਜ ਜੀ ਨੇ ਕਿਹਾ ਵੀ ਇਹ ਅਸੀਂ ਬਾਹਰੀ ਨਹੀਂ ਧਾਰਨ ਕਰਨਾ ਹੈ। ਫਿਰ ਸਤਿਗੁਰਾਂ ਦੇ ਅੱਗੇ ਪੰਡਤ ਹਰਦਿਆਲ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ ਕਿ ਕਲਿਆਣ ਕਿਵੇਂ ਹੋ ਸਕਦੀ ਹੈ। ਤਾਂ ਹਜੂਰ ਪੌੜੀ ਵਿੱਚ ਸਤਿਗੁਰੂ ਜੀ ਫਿਰ ਕਲਿਆਣ ਦਾ ਮਾਰਗ ਦੱਸਦੇ ਗਰੀਬ ਨਵਾਜ। ਸਾਹਿਬ ਹੋਏ ਦਇਆਲ ਕਿਰਪਾ ਕਰੇ। ਮਹਾਰਾਜ ਜੀ ਕਹਿੰਦੇ ਪੰਡਤ ਜੀ ਮੇਰਾ ਸਾਹਿਬ ਮਾਲਕ ਵਾਹਿਗੁਰੂ ਜੇ ਦਇਆਲ ਹੋਵੇ ਨਾ ਤੇ ਫਿਰ ਉਹ ਕਿਰਪਾ ਕਰਦਾ ਹੈ ਆਪਣੀ। ਜਦੋਂ ਉਹ ਦਇਆ ਦੇ ਘਰ ਵਿੱਚ ਆ ਜਾਂਦਾ ਹੈ ਨਾ, ਫਿਰ ਜੀ ਦੇ ਉੱਤੇ ਆਪਣੀ ਮਿਹਰ ਕਰਦਾ ਹੈ। ਜਿਸ ਜੀਵ ਦੇ ਉੱਤੇ ਉਹਦੀ ਮਿਹਰ ਵਰਤਦੀ ਹੈ ਨਾ, ਮਹਾਰਾਜ ਜੀ ਕਹਿੰਦੇ ਬੜੀ ਅਸਚਰਜਤਾਈ ਉਸ ਜੀਵ ਨੂੰ ਫਿਰ ਪ੍ਰਾਪਤ ਹੁੰਦੀ ਆ। ਤਾਂ ਸਾਈ ਕਾਰ ਕਰਾਏ ਸੀ। ਤਾਂ ਸਾਈ ਉਹ ਵਾਲੀ ਫਿਰ ਭਾਉ ਭਗਤੀ ਦੀ ਕਾਰ ਫਿਰ ਮੇਰਾ ਵਾਹਿਗੁਰੂ ਉਹਦੇ ਕੋਲੋਂ ਕਰਾਉਂਦਾ ਹੈ ਜਿਹਦੇ ਉੱਤੇ ਆਪਣੀ ਕਿਰਪਾ ਕਰ ਦੇਵੇ, ਜਿਹਦਾ ਮਨ ਨਾਮ ਵਿੱਚ ਜੁੜ ਜਾਵੇ, ਜਿਹਦੀ ਸੁਰਤ ਸ਼ਬਦ ਵਿੱਚ ਲੱਗ ਜਾਵੇ, ਜਿਹਨੂੰ ਰਸ ਆਉਣ ਲੱਗ ਪਵੇ ਸੱਚੇ ਨਾਮ ਦਾ। ਮਹਾਰਾਜ ਜੀ ਕਹਿੰਦੇ ਭਾਈ ਉਹਦੇ ਉੱਤੇ ਮੇਰੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਉਹਦੇ ਉੱਤੇ ਦਇਆਲਤਾ ਹੋਈ ਹੈ। ਮਹਾਰਾਜ ਕਹਿੰਦੇ ਉਹੋ ਹੀ ਕਾਰ ਭਾਵ ਭਗਤੀ ਵਾਲੀ ਮੇਰਾ ਵਾਹਿਗੁਰੂ ਕਰਾਉਂਦਾ, ਉਹਨਾਂ ਜੀਆਂ ਕੋਲੋਂ ਕਰਾਏਗਾ। ਸੋ ਸੇਵਕ ਸੇਵਾ ਕਰੇ। ਉਹ ਫਿਰ ਸੇਵਕ ਬਣ ਕਰਕੇ ਮਹਾਰਾਜ ਜੀ ਦੀ ਸੇਵਾ ਕਰਦੇ ਆ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਮਿਹਰਬਾਨ ਹੁੰਦੇ ਆ, ਲੇਸ਼ ਮਾਤਰ ਵੀ ਉਹਨਾਂ ਨੂੰ ਹਉਮੈ ਨਹੀਂ ਸੇਵਾ ਦੀ ਵੀ ਫੁਰਦੀ। ਸੇਵਾ ਦੀ ਵੀ ਹਉਮੈ ਆ ਜੇ ਤੇ ਫਿਰ ਸੇਵਕ ਬਣ ਕੇ ਸੇਵਾ ਨਹੀਂ ਹੈ ਹੋਈ। ਸੇਵਕ ਬਣ ਕੇ ਗੋਲੇ ਬਣ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹ ਸੇਵਾ ਕਰਦੇ ਆ ਗੁਰਮੁਖ। ਜਿਸਨੂੰ ਹੁਕਮ ਮਨਾਏ ਸੀ। ਜਿਹਨੂੰ ਆਪਣਾ ਹੁਕਮ ਮਨਾ ਲੈਂਦਾ ਨਾ ਮੇਰਾ ਵਾਹਿਗੁਰੂ, ਉਹ ਸੇਵਕ ਬਣ ਕਰਕੇ ਸੇਵਾ ਕਰਦਾ ਹੈ। ਜਿਹਦਾ ਮਨ ਰਜਾ ਵਿੱਚ ਚੱਲ ਪੈਂਦਾ ਹੈ, ਭਾਣੇ ਵਿੱਚ ਚੱਲ ਪੈਂਦਾ ਹੈ। ਭਾਣੇ ਨੂੰ ਮਿੱਠਾ ਕਰਕੇ ਜੋ ਮੰਨਦਾ, ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਸੇਵਕ ਬਣ ਕੇ ਸੇਵਾ ਕਰਦੇ ਆ। ਹੁਕਮ ਮੰਨੀਐ ਹੋਵਾ ਪਰਵਾਣ। ਵਾਹਿਗੁਰੂ ਦਾ ਜੇ ਹੁਕਮ ਮੰਨੀਏ ਨਾ, ਰਜਾ ਵਿੱਚ ਚੱਲੀਏ, ਭਾਣੇ ਵਿੱਚ ਚੱਲੀਏ, ਤਾਂ ਮਹਾਰਾਜ ਕਹਿੰਦੇ ਉਹਦੇ ਦਰ ਤੇ ਪ੍ਰਵਾਨ ਚੜ ਜਾਈਦਾ। ਪੰਡਤ ਹਰਦਿਆਲ ਜੀ ਉਹਦੇ ਦਰ ਤੇ ਕਬੂਲ ਪੈ ਜਾਈਦਾ ਏ। ਤਾਂ ਖਸਮਾ ਕਾ ਮਹਿਲ ਪਾਏ ਸੀ। ਤਾਂ ਫਿਰ ਖਸਮ ਮਾਲਕ ਵਾਹਿਗੁਰੂ ਦਾ ਸਰੂਪ ਰੂਪੀ ਮਹਿਲ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦੀ ਸਾਖਿਆਤਤਾ ਹੋ ਜਾਂਦੀ ਹੈ। ਜੇ ਹੁਕਮ ਮੰਨੀਏ ਨਾ, ਰਜਾ ਵਿੱਚ ਚੱਲੀਏ ਤੇ ਪ੍ਰਵਾਨ ਚੜ ਜਾਈਦਾ ਤੇ ਖਸਮ ਮਾਲਕ ਦਾ ਸਰੂਪ ਰੂਪੀ ਮਹਿਲ ਪ੍ਰਾਪਤ ਹੋ ਜਾਂਦਾ ਏ। ਖਸਮਾ ਭਾਵਾ ਸੋ ਕਰੇ। ਜੋ ਖਸਮ ਵਾਹਿਗੁਰੂ ਨੂੰ ਭਾਉਂਦਾ ਹੈ ਨਾ, ਮਹਾਰਾਜ ਜੀ ਕਹਿੰਦੇ ਭਾਣੇ ਵਿੱਚ ਜੋ ਉਹ ਕਾਰਜ ਗੁਰਮੁਖ ਕਰਦਾ ਹੈ, ਮਨ ਹੋ
ਚਿੰਦਿਆ ਸੋ ਫਲ ਪਾਏ ਸੀ। ਉਹ ਫਿਰ ਮਨ ਭਾਉਂਦੇ ਹੀ ਫਲ ਪ੍ਰਾਪਤ ਕਰਦਾ ਹੈ, ਉਹਨੂੰ ਸਭ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ। ਇਸੇ ਪ੍ਰਕਾਰ ਖਸਮਾ ਭਾਵੈ ਸੋ ਕਰੇ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰੇ ਖਸਮ ਮਾਲਕ ਨੂੰ ਭਾ ਜਾਂਦਾ ਹੈ ਨਾ, ਸੱਚੇ ਪਾਤਸ਼ਾਹ ਕਹਿੰਦੇ ਉਹ ਭਾਉ ਭਗਤੀ ਦੀ ਕਾਰ ਕਰਦਾ ਏ। ਮਨੋ ਚਿੰਦਿਆ ਸੋ ਫਲ ਪਾਏ ਸੀ। ਫਿਰ ਉਹਨੂੰ ਮਨ ਪਾਉਂਦੇ ਸਾਰੇ ਹੀ ਫਲ ਜਿਹੜੇ ਨਾ ਧਰਮ ਅਰਥ ਕਾਮ ਮੋਕਸ਼ ਉਹ ਪ੍ਰਾਪਤ ਹੋ ਜਾਂਦੇ ਆ। ਤਾ ਦਰਗਾਹੇ ਪੈਦਾ ਜਾਏ ਸੀ। ਤਾਂ ਮਹਾਰਾਜ ਜੀ ਕਹਿੰਦੇ ਉਹ ਦਰਗਾਹ ਵਿੱਚ ਜਦੋਂ ਜਾਂਦੇ ਆ ਨਾ, ਜਾਂਦੇ ਹੀ ਉਹਨਾਂ ਨੂੰ ਫਿਰ ਜਸ ਦਾ ਪੋਸ਼ਾਕਾ ਪੈਦਾ ਕੀ ਪਹਿਨਾਇਆ ਜਾਂਦਾ ਹੈ। ਜੈ ਜੈਕਾਰ ਦੀਆਂ ਧੁਨਾਂ ਲੱਗਦੀਆਂ ਜਦੋਂ ਇਹੋ ਜਿਹਾ ਪੁਰਖ ਐਸਾ ਸੱਚਾ ਜਨੇਊ ਪਾ ਕੇ ਜਦੋਂ ਪਰਲੋਕ ਨੂੰ ਜਾਂਦਾ ਹੈ ਨਾ, ਤਾਂ ਮਹਾਰਾਜ ਕਹਿੰਦੇ ਤਾਂ ਦਰਗਾਹ ਪੈਦਾ ਜਾਏ ਸੀ। ਜਦੋਂ ਦਰਗਾਹ ਦੇ ਅੰਦਰ ਜਾਂਦਾ ਹੈ, ਇੱਥੋਂ ਵੀ ਮਹਾਰਾਜ ਜੀ ਕਹਿੰਦੇ ਭਾਈ ਇਹ ਜਸ ਦਾ ਪੋਸ਼ਾਕਾ ਪਾ ਕੇ ਪਰਲੋਕ ਨੂੰ ਉਹ ਜਾਂਦੇ ਐ। ਇੱਥੇ ਵੀ ਲੋਕ ਉਹਨਾਂ ਦੇ ਨਾਮ ਦੀ ਜੈ ਜੈਕਾਰ ਕਰਦੇ ਐ। ਪਰਲੋਕ ਵਿੱਚ ਦੇਵੀ ਦੇਵਤੇ ਵੀ ਉਹਨਾਂ ਦੇ ਨਾਮ ਦੀ ਜੈ ਜੈਕਾਰ ਕਰਦੇ ਐ। ਇਉਂ ਸਤਿਗੁਰੂ ਜੀ ਕਹਿੰਦੇ ਜਦੋਂ ਦਰਗਾਹ ਦੇ ਵਿੱਚ ਜਾਂਦਾ, ਕਿਉਂਕਿ ਸਭ ਜੀਆਂ ਨੇ ਇੱਕ ਦਿਨ ਚਲੇ ਜਾਣਾ ਇਸ ਸੰਸਾਰ ਤੋਂ। ਜਿਹੜੇ ਪੰਡਤ ਜੀ ਇਹ ਸੱਚਾ ਗਿਆਨ ਦਾ ਜਨੇਊ ਪਾ ਕਰਕੇ ਪਰਲੋਕ ਨੂੰ ਚੱਲਦੇ ਐ, ਤੇ ਜਦੋਂ ਦਰਗਾਹ ਵਿੱਚ ਜਾਂਦੇ ਐ ਉੱਥੇ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦਾ ਜਿਹੜਾ ਪੋਸ਼ਾਕਾ ਉਹ ਪਹਿਨਾਇਆ ਜਾਂਦਾ ਹੈ। ਉਹਨਾਂ ਨੂੰ ਜਸ ਦਾ ਪੋਸ਼ਾਕਾ ਜਿਹੜਾ ਨਾ ਪੈਦਾ ਦਾ ਅਰਥ ਹੁੰਦਾ ਪਹਿਨਾਇਆ ਜਾਣਾ। ਜਦੋਂ ਦਰਗਾਹ 'ਚ ਜਾਂਦੇ ਐ ਤੇ ਉਦੋਂ ਇਹ ਜਸ ਦਾ ਪੋਸ਼ਾਕਾ ਮਹਾਰਾਜ ਜੀ ਕਹਿੰਦੇ ਭਾਈ ਪਹਿਨਾਇਆ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਹਜੂਰ ਨੇ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੱਲ ਦੇ ਸ਼ਲੋਕ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸਾਧ ਸੰਗਤ ਜੀ ਬਾਹਰੀ ਵਿਖਾਵੇ ਦਾ ਮਹਾਰਾਜ ਜੀ ਖੰਡਨ ਕਰਨਗੇ, ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਨਗੇ, ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਖਸਮਾ ਭਾਵੈ ਸੋ ਕਰੈ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾ ਦਰਗਾਹ ਪੈਦਾ ਜਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।